सूरा सो पहचानिए जो लरै दीन के हेत पुरजा पुरजा कट मरै कबू न छाड़ खेत। गुर कृपा जह नर को कीनी तिने जुगत पछानी नानक लीन भयो गोबिंद स्यों ज्यों पानी संग पानी। तुद आगे अरदास हमारी जियो पिंड सब तेरा कहो नानक सब तेरी वड्याई कोई नाऊ न जाने मेरा। कहो नानक सब तेरी वड्याई कोई नाऊ न जाने मेरा। परम सम्मान सत्कारयोग जुगो जुग अटल चबर छतर तख्त दी मालिक हाजरा हजूर जारा जहूर सर्ब कला भरपूर समर्थ सतगुरु धन धन सतगुरु श्री गुरु ग्रंथ साहिब महाराज जिन्हां दी पावन पवित्र अजीम बख्शिश रहमत गोद अंदर संध्या वेले दे पावन दीवान अंदर साहिबा दी हजूरी दे अंदर रहराज साहिब जी दा पाठ आप जी ने सरवण कीता है अते नाल ही अरदास विच शमूलीयत हुक्मनामा साहिब आप जी ने सरवण कीता है। इस पावन दरबार का अगलेरा पड़ा जिहड़ा है वो शब्द विचार का हुंदा है। रोज़ाना इस वक्त गुरु शब्द विचार हुंदी है। सो असी धन कलगीधर पातशाह महाराज जी के पावन इतिहास नूं विचारते हुए लमेरे शमित तो गुरु चरणों में हाज़री लवा रहे हैं। सो आओ अज का वो महान दिहाड़ा कि अज के दिन सतगुरां दे छोटे साहिबजादे बाबा जोरावर सिंह ते बाबा फतेह सिंह ते माता गुजर कौर जी उन्हां दियां शहादतां दा है। सो उन्होंने समर्पित हो करके मनविरती को उजागर करते हुए इस खाकसर को कुछ कहने की इजाजत देंदे हुए हाजरीन हाजिर हुए हो सारे गुरु फतेह की साझ आखो वाहिगुरु जी का खालसा वाहिगुरु जी की फतेह। साहिब सतगुरु पातशाह महाराज जी के चार साहिबजादियां की जो असीं वारता करते हाँ चमकौर की गढ़ी जिहदा असीं पिछले दे दिनां जिहड़ा समापन किया सी अगलेरा पंध किस तरह छोटे साहिबजादे ते माता गुजरी जी गंगू कोलों गंगू तो अगे मुरिंडे मुरिंडे तो फिर सरहिंद की धरती ते वजीद खां कोलों पहुँचते हैं। उस दिन आपां जिक्र किया सी पहली पेशी का। देखो गुरु पातशाह के पावन इतिहास की जिहड़ी वारता है ना उहदे विच जिहड़ा वीर रस है जिथे भगती रस है ना उत्थे वीर रस भी बड़ा उमड़ उमड़ के जिहड़ा है सतगुरां की बाणी दे विचों मिलदा है। जद तक मनुख के अंदर जिहड़ा वीर रस है ना जिन्हों असी भय कहने डर कहने उन्ना चिर आ ही नहीं सकता जब तक बंदे अंदर भय हो गया।
ਜਿਹੜਾ ਭੈ ਮੁੱਕ ਜਾਂਦਾ ਹੈ, ਭੈ ਦਾ ਜਿਹੜਾ ਰਸਤਾ ਹੈ, ਮਾਰਗ ਹੈ ਭੈ ਦਾ, ਉਹ ਸ਼ੁਰੂਆਤੀ ਪਦਿਆਂ ਵਿੱਚ ਅਸੀਂ ਦੇਖਦੇ ਹਾਂ ਕਿ ਜਿੱਥੇ ਭੈ ਨੂੰ ਆਖਿਆ ਮਹਾਰਾਜ ਜੀ ਨੇ ਵੀ ਭਾਈ ਨਿਰਭਉ ਜਪੈ ਸਗਲ ਭਉ ਮਿਟੇ, ਮਿਟ ਜਾਂਦਾ ਹੈ। ਮਰਨ ਕਾਲ ਕਾ ਤਰਾਸਨ ਵਰੀਏ, ਤਾਂ ਭੈ ਮੁੱਕਿਆ ਹੋਇਆ ਹੈ ਗੁਰੂ ਘਰ ਦੀ। ਸੋ ਉਸ ਦਿਨ ਮੈਂ ਜ਼ਿਕਰ ਕਰ ਰਿਹਾ ਸੀ ਵੀ ਪਹਿਲੇ ਦਿਨ ਜਦੋਂ ਛੋਟੇ ਸਾਹਿਬਜ਼ਾਦਿਆਂ ਦੀ ਪੇਸ਼ੀ ਹੁੰਦੀ ਹੈ, ਲਾਲਚ ਦਿੱਤਾ ਜਾਂਦਾ ਹੈ ਬੱਚਿਆਂ ਨੂੰ ਵਾਰ-ਵਾਰ। ਤੁਸੀਂ ਇਮੇਜ ਕਰੋ ਵੀ ਇੱਕ ਐਡੀ ਵੱਡੀ ਸਭਾ ਦੇ ਵਿੱਚ ਖਾਸ ਜਿਹੜੀਆਂ ਵੱਡੀਆਂ ਉਮਰਾਂ ਵਾਲੇ ਤੇ ਜਿਹੜੇ ਜਰਨੈਲ ਨੇ, ਜਿਨ੍ਹਾਂ ਦੀ ਜਿਹੜੀ ਜ਼ੁਬਾਨ ਦੇ ਬੋਲ ਨੇ ਉਹ ਵੀ ਬੜੇ ਕੜਕਵੇਂ ਨੇ, ਤੇ ਦੂਜੇ ਪੱਖ ਤੇ ਜਿਹੜੇ ਵਜ਼ੀਰ ਖਾਂ ਏ ਉਹਦਾ ਵੀ ਆਪਣਾ ਇੱਕ ਲਹਿਜਾ ਹੈ। ਹੁਣ ਏਡੀ ਵੱਡੀ ਸਭਾ ਦੇ ਵਿੱਚ 5 ਤੇ 7 ਸਾਲ ਦੇ ਬੱਚੇ ਜਾਂਦੇ ਨੇ। ਸਭਾ ਹੈ, ਇਹ ਕੋਈ ਸਿਰਫ ਕਹਿਣ ਦੀ ਗੱਲ ਨਹੀਂ ਹੈਗੀ, ਸਭਾ ਕੋਰਟ ਹੈ। ਅਸੀਂ ਵੈਸੇ ਵੀ ਮੈਂ ਉਸ ਦਿਨ ਕਹਿ ਰਿਹਾ ਸੀਗਾ ਵੀ ਅਸੀਂ ਜੇ ਕਿਤੇ ਸਾਡੇ ਕਿਤੇ ਜੱਜ ਦੇ ਕੋਲ ਕਿਤੇ ਜਾਣਾ ਪੈ ਜੇ ਨਾ, ਬੰਦੇ ਦੀ ਲੱਤਾਂ ਕੰਬਦੀਆਂ ਨੇ, ਪਤਾ ਨਹੀਂ ਕੀ ਕਰੇਗਾ। ਹੁਣ ਉੱਥੇ ਜਿਹੜਾ ਹੈ ਉਹ ਭੈ ਮੁਕਤ ਹੈ, ਡਰ ਹੈ ਹੀ ਕਿਸੇ ਚ ਤਾਂ ਨਹੀਂ। ਉਹਦਾ ਜ਼ਿਕਰ ਜਿਹੜਾ ਇੱਕ ਤੁਸੀਂ ਸੁਣਿਆ ਹੋਣਾ ਕਿਤੇ, ਚਰਨ ਸਿੰਘ ਸਫਰੀ ਨੇ, ਬਾ ਕਮਾਲ ਦੇ ਢਾਡੀ ਰਹੇ ਨੇ, ਉਹਨਾਂ ਨੇ ਲਿਖੀਆਂ ਬੜੀਆਂ ਗਜ਼ਬ ਦੀਆਂ ਗੱਲਾਂ। ਉਹ ਕਹਿੰਦਾ, ਮੈਂ ਸੂਬਾ ਸਰਹੰਦ ਦਾ, ਤੁਸੀਂ ਨਿੱਕੜੇ ਬਾਲ, ਮੇਰੇ ਮੱਥੇ ਤਿੜ ਤਿਉੜੀਆਂ, ਮੇਰਾ ਗੁੱਸਾ ਬੜਾ ਚੰਡਾਲ। ਫਿਰ ਉਹ ਬੱਚਿਆਂ ਨੂੰ ਮੁਖਾਲਫਤ ਹੋ ਕੇ ਨਾ ਸਾਹਮਣੇ ਕਹਿੰਦਾ, ਤੁਸੀਂ ਛੋਟੇ ਬੱਚੇ, ਤੁਹਾਨੂੰ ਪਤਾ ਨਹੀਂ ਮੈਂ ਸਰਹਿੰਦ ਦਾ ਨਵਾਬ ਸੂਬਾ, ਤੇ ਤੁਸੀਂ ਨਿੱਕੇ ਬਾਲ ਹੋ, ਮੇਰੇ ਮੱਥੇ ਵੱਲ ਦੇਖ ਕੇ ਤੁਹਾਨੂੰ ਤਾਂ ਘਬਰਾਹਟ ਆਉਣੀ ਚਾਹੀਦੀ ਹੈ, ਡਰ ਆਉਣਾ ਚਾਹੀਦਾ, ਮੇਰਾ ਗੁੱਸਾ ਬੜਾ ਚੰਡਾਲ ਹੈ। ਅੱਗੋਂ ਕਹਿੰਦਾ, ਤੁਸੀਂ ਆਕੜ ਬੋਲਦੇ, ਮੈਂ ਜੋ ਪੁੱਛਾਂ ਸਵਾਲ, ਮੈਂ ਜੋ ਤੁਹਾਨੂੰ ਪੁੱਛਦਾ ਤੁਸੀਂ ਅੱਗੋਂ ਆਕੜ ਕੇ ਬੋਲਦੇ ਹੋ। ਕਹਿੰਦਾ, ਬਾਜ ਆ ਜਾਓ ਜੇ ਬੱਚਿਓ, ਨਹੀਂ ਤੁਹਾਡਾ ਹੋ ਜੂ ਮੰਦੜਾ ਹਾਲ। ਮੈਂ ਬੇਨਤੀ ਕਰ ਰਿਹਾ ਵੀ ਇਸ ਲਹਿਜੇ ਦੀ ਉਹ ਵੋਕੈਬਲਰੀ ਬੋਲ ਰਹੇ ਨੇ ਛੋਟੇ ਸਾਹਿਬਜ਼ਾਦਿਆਂ ਨੂੰ। ਕਿਉਂਕਿ ਦੇਖੋ ਕਈ ਵਾਰੀ ਕੀ ਹੁੰਦਾ ਨਾ, ਜਦੋਂ ਅਸੀਂ ਬੱਚੇ, ਆਮ ਵੀ ਸਾਡੇ ਵੀ ਘਰਾਂ 'ਚ ਬੱਚੇ ਨੇ, ਅਸੀਂ ਬੱਚੇ ਨੂੰ ਕਈ ਵਾਰੀ ਪਿਆਰ 'ਚ ਸਮਝਾਉਂਦੇ ਹਾਂ ਕਿਸੇ ਗੱਲ ਨੂੰ, ਆਪਾਂ ਕਹਿੰਦੇ ਨਹੀਂ ਬੇਟੀ ਇਹ ਗਲਤ ਗੱਲ ਆ, 2-4 ਵਾਰੀ ਹੋਰ ਤਰੀਕੇ ਨਾਲ ਕਹਿੰਦੇ, ਜੇ ਨਾ ਮੰਨੇ ਫਿਰ ਅਸੀਂ ਥੋੜ੍ਹੇ ਸ਼ਬਦਾਂ ਨੂੰ ਅਸੀਂ ਆਪਦਿਆਂ ਨੂੰ ਹਾਈ ਜਿਹੜੀ ਟਿਊਨ 'ਚ ਬੋਲਣ ਦੀ ਕੋਸ਼ਿਸ਼ ਕਰਦੇ। ਤੈਨੂੰ ਸਮਝ ਨਹੀਂ ਲੱਗਦੀ, ਬੜੇ ਗੁੱਸੇ ਜਿਹੇ 'ਚ, ਤਾਂ ਕਿ ਬੱਚਾ ਕਿਤੇ ਉਹ ਡਰ ਨੂੰ ਮਹਿਸੂਸ ਕਰੇ। ਫਿਰ ਬੜੇ ਉੱਚੇ ਬੋਲਦੇ ਆ, ਜੇ ਨਾ ਫਿਰ ਅਸੀਂ ਕਈ ਵਾਰੀ ਜ਼ਿਆਦਾ ਕੜਕ ਕੇ ਬੋਲਦੇ ਆ, ਮਾਰਨ ਤੱਕ ਜਾਂਦੇ ਆ, ਬੱਚਾ ਡਰ ਜਾਂਦਾ। ਹੁਣ ਇਹ ਪਹਿਲਾਂ ਤਾਂ ਉਹਨਾਂ ਨੂੰ ਇਹ ਲੱਗਿਆ ਵੀ ਨਹੀਂ ਛੋਟੇ ਬੱਚੇ, ਗੱਲ ਹੀ ਕੋਈ ਨਹੀਂ, ਪਰ ਉਹਨਾਂ ਨੂੰ ਕੌਣ ਦੱਸੇ। ਹੁਣ ਉਹ ਇਸ ਲਹਿਜੇ 'ਚ ਕਹਿ ਰਿਹਾ, ਕਹਿੰਦਾ ਵੀ ਤੁਹਾਨੂੰ ਪਤਾ ਨਹੀਂ, ਮੈਂ ਤਾਂ ਬੜਾ ਜਲਾਲ ਹੈ, ਜਲਾਦ ਹੈ ਮੈਂ ਪੂਰਾ। ਹੁਣ ਅੱਗੋਂ ਉਹ ਸਫਰੀ ਜੀ ਬੜਾ ਸੋਹਣਾ ਲਿਖਦੇ ਨੇ, ਉਹ ਕਹਿੰਦੇ, ਜੇ ਬਾਜ ਆ ਜਾਓਗੇ ਬੱਚੋ, ਸੁਣੋ ਮੇਰੀ ਗੱਲ ਨੂੰ, ਕਿਤੇ ਬਾਜ ਆਓ, ਰੁਕੋ, ਸਮਝੋ ਮੇਰੀ ਗੱਲ ਨੂੰ, ਮੈਂ ਤਾਂ ਬੜਾ ਜਲਾਦ ਹੈ। ਬੱਚੇ ਡਰ ਗਏ। ਹੁਣ ਅੱਗੋਂ ਤੁਸੀਂ, ਮੈਂ ਬੇਨਤੀ ਜਿਹੜੀ ਕਰ ਰਿਹਾ, ਜਿਹੜਾ ਡਰ ਹੈ ਨਾ, ਆਹੀ ਹੈ। ਜਦੋਂ ਡਰ ਨਹੀਂ ਹੈ, ਫਿਰ ਬੰਦਾ ਜਿਹਦੇ ਕੋਲ ਸੱਚ ਹੈ ਤੇ ਨਿਰਭਉ ਹੋ ਜਾਂਦਾ ਹੈ, ਫਿਰ ਉਹਦਾ ਕਿਸੇ ਨਾਲ ਵੈਰ ਨਹੀਂ ਹੁੰਦਾ ਹੈ। ਅਸੀਂ ਇਹ ਜਿਹੜੀ ਧਾਰਾ ਮੂਲ ਮੰਤਰ ਦੀ ਹੈ ਨਾ, ਉਹ ਇਸੇ ਲਹਿਜੇ 'ਚ ਨਿਕਲਦੀ ਹੈ, ਸੱਚ ਕੋਲੇ ਹੈ। ਅੱਗੋਂ ਉਹਨਾਂ ਨੇ ਬੜੇ ਲਹਿਜੇ 'ਚ ਜਵਾਬ ਦਿੱਤਾ, ਜਿਵੇਂ ਉਹ ਬੋਲਿਆ ਫਿਰ ਅੱਗੋਂ ਬੱਚਿਆਂ ਨੇ ਕਹਿ ਦਿੱਤਾ, ਅਸੀਂ ਕਲਗੀਧਰ ਦੇ ਲਾਡਲੇ, ਅਸੀਂ ਮਾਂ ਜੀਤੋ ਦੇ ਲਾਲ, ਸਾਡੇ ਸ਼ੇਰਾਂ ਵਰਗੇ ਜਿਗਰੇ, ਸਾਡੀ ਹਾਥੀਆਂ ਵਰਗੀ ਚਾਲ। ਉਹ ਕਹਿੰਦੇ, ਤੂੰ ਸੁਬਿਆ ਠੀਕ ਆ, ਤੂੰ ਵੀ ਮੰਨਦਾ, ਅਸੀਂ ਤੇਰੀ ਗੱਲ ਸੁਣ ਲਈ, ਪਰ ਅਸੀਂ ਵੀ ਘੱਟ ਨਹੀਂ, ਅਸੀਂ ਕਲਗੀਧਰ ਦੇ ਲਾਡਲੇ ਹਾਂ, ਮਾਂ ਜੀਤਾਂ ਦੇ ਲਾਲ ਹੈ, ਸਾਡਾ ਜਿਗਰਾ ਕੋਈ ਐਵੇਂ ਨਹੀਂ ਤੂੰ ਧਮਕੀ ਮਾਰ ਕੇ ਡਰਾ ਕੇ ਅੱਖਾਂ ਕੱਢ ਕੇ ਸਾਨੂੰ ਡਰਾ ਦੇਂਗਾ ਨਾ। ਆਹ ਜਿਹੜਾ ਨੁਕਤਾ ਹੈ ਨਾ, ਧਿਆਨ ਰੱਖਣਾ, ਸਿੱਖੀ ਦੇ ਵਿੱਚ ਕਲਗੀਧਰ ਪਾਤਸ਼ਾਹ ਨੇ, 6ਵੇਂ ਪਾਤਸ਼ਾਹ ਨੇ, 5ਵੇਂ ਪਾਤਸ਼ਾਹ ਨੇ, ਬਾਬੇ ਨਾਨਕ ਨੇ ਇਹ ਗੱਲ ਪਹਿਲੀ ਸਿਖਾਈ ਹੈ, ਸਿੱਖਾ ਨਿਰਭਉ ਹੋਣਾ ਸਿੱਖ। ਤੇਰੇ ਕੋਲ ਜੇ ਡਰ ਹੈ ਨਾ, ਸਭ ਤੋਂ ਵੱਡਾ ਬੰਦੇ ਡਰ ਹੁੰਦਾ ਕੀ ਹੁੰਦਾ, ਮੌਤ ਦਾ ਹੀ ਡਰ ਹੁੰਦਾ ਨਾ।
ਹੁਣ ਬੱਚਿਆਂ ਦਾ ਕਈ ਵਾਰ ਜ਼ਿਕਰ ਕਰਦੇ ਹਾਂ, ਉਹ ਕਹਿ ਦਿੰਦੇ ਨੇ ਜਿੱਥੇ ਅਸੀਂ ਅੱਜ ਕੱਲ੍ਹ ਤਾਂ ਤੁਸੀਂ ਦੇਖਦੇ ਹਾਂ ਪਿਕਚਰਾਂ ਦੇ ਵਿੱਚ ਵੀ ਉਹਨੂੰ ਸ਼ੋਅ ਅਪ ਕਰਤਾ। ਜਦੋਂ ਕਿਤੇ ਵਿਦਵਾਨਾਂ ਨੂੰ, ਦਾਨਿਆਂ ਨੂੰ ਪੜ੍ਹੋ, ਉਹਨਾਂ ਨੇ ਬੜੀ ਕਮਾਲ ਦੀ ਵੋਕੈਬਲਰੀ 'ਚ ਲਿਖਿਆ। ਜਿੰਨਾ ਤੁਸੀਂ ਦੇਖਦੇ ਹੋ ਚਾਰ ਸਾਹਿਬਜ਼ਾਦੇ ਪਿਕਚਰ ਬਣੀ ਸੀਗੀ, ਉਹ ਤਾਂ ਜਿਹੜਾ ਜ਼ਿਆਦਾ ਲਿਟਰੇਚਰ ਲਿਆ ਗਿਆ, ਤੁਸੀਂ ਦੇਖੋ ਭਾਵੇਂ ਕਈ ਪੱਖ ਤੋਂ ਲਿਆ, ਪਰ ਜ਼ਿਆਦਾ ਜਿਹੜਾ ਅੱਲਾ ਯਾਰ ਖਾਂ ਜੋਗੀ ਉਹਦੇ ਤੋਂ ਲਿਆ ਉਹਨਾਂ ਨੇ। ਹੁਣ ਉਹ ਕਹਿੰਦੇ ਕੋਈ ਗੱਲ ਨਹੀਂ, ਫਿਰ ਕੀ ਹੈ, ਨੀਹਾਂ 'ਚ ਹੀ ਚਿਣ ਦੇਣਗੇ, ਮਾਰ ਥੋੜ੍ਹੀ ਦੇਣਗੇ। ਉਹਦੇ 'ਚ ਇਸ ਤਰ੍ਹਾਂ ਬਿਆਨ ਕੀਤਾ, ਉਹ ਕੀ ਹੈ? ਉਹਦਾ ਮਤਲਬ ਹੈ ਸਾਨੂੰ ਭੈ ਕੋਈ ਨਹੀਂ, ਡਰ ਕੋਈ ਨਹੀਂ, ਸਗੋਂ ਲੋਕ ਮੌਤ ਤੋਂ ਡਰਦੇ ਨੇ। ਸਾਡੇ ਘਰ ਦੀ ਆਵਾਜ਼ ਹੈ ਵੀ ਮੋਹੇ ਮਰਨੇ ਕਾ ਚਾਓ ਹੈ, ਸਾਨੂੰ ਤਾਂ ਚਾਹ ਹੈ। ਮਰਤਾ ਮਰਤਾ ਜਗ ਬੁਆ ਮਰ ਭੇ ਨਾ ਜਾਣੇ, ਕੋਈ ਐਸੀ ਮਰਨੀ ਜੋ ਮਰੇ ਬਹੁਰ ਨਾ ਮਰਨਾ। ਮਰਨ ਦੀ ਗੱਲ ਹੀ ਕੋਈ ਨਹੀਂ, ਪਹਿਲਾ ਮਰਨ ਕਬੂਲਿਆ ਹੋਇਆ ਹੈ। ਇਹ ਜਿਹੜਾ ਰੰਗ ਹੈ ਨਾ, ਮੈਂ ਬੇਨਤੀ ਕਰ ਰਿਹਾ, ਇਹ ਹੈ ਸਾਡੇ ਨਿਰਭਉ ਸ਼ਬਦ ਚੋਂ ਬਾਹਰ ਆ ਰਿਹਾ ਬਾਰ-ਬਾਰ। ਖੈਰ, ਬੱਚੇ ਕਹਿੰਦੇ ਅਸੀਂ ਕਲਗੀਧਰ ਦੇ ਲਾਡਲੇ, ਅਸੀਂ ਮਾਂ ਜੀਤੋ ਦੇ ਲਾਲ, ਸਾਡੇ ਸ਼ੇਰਾਂ ਵਰਗੇ ਜਿਗਰੇ ਤੇ ਸਾਡੀ ਹਾਥੀਆਂ ਵਰਗੀ ਚਾਲ। ਜੋ ਕੁਝ ਤੂੰ ਨਹੀਂ ਕਰ ਸਕਦਾ ਸੂਬਿਆ, ਉਹ ਵੀ ਕਰ ਲੈ ਸਾਡੇ ਨਾਲ। ਜੇ ਤੂੰ ਕੁਝ ਲੱਗਦਾ ਨਾ ਵੀ ਆ ਮੈਂ ਕਰ ਨਹੀਂ ਸਕਦਾ, ਉਹ ਵੀ ਸਾਡੇ ਤੇ ਅਜ਼ਮਾ ਲੈ, ਪਰ ਜੋ ਤੂੰ ਮਰਜ਼ੀ ਕਰ ਲੈ, ਤੂੰ ਕਿਵੇਂ ਵੀ ਸਾਨੂੰ ਬਦਲ ਨਹੀਂ ਸਕਦਾ ਸਾਡਾ ਸਿੱਖੀ ਵੱਲੋਂ ਖਿਆਲ। ਜੋ ਮਰਜ਼ੀ ਕਰ ਲਾ, ਤੂੰ ਸਾਡੇ ਖਿਆਲ ਨੂੰ, ਸਾਡੀ ਥਾਟ ਪ੍ਰੋਸੈਸ ਨੂੰ ਬਦਲ ਨਹੀਂ ਸਕਦਾ। ਦੇਖੋ, ਜਿੱਥੇ ਅਸੀਂ ਕੁਝ ਵੀ ਕਹਿ ਲਓ, ਬੰਦੇ ਦੀ ਜਿਹੜੀ ਸੋਚ ਹੈ ਨਾ, ਉਹਨੂੰ ਬਦਲਿਆ ਜਾਂਦਾ ਹੈ। ਸੋਚ ਹੈ ਇਹ ਜਿਹੜੀ ਅਸੀਂ ਕਹਿੰਦੇ ਹਥਿਆਰ, ਸਭ ਤੋਂ ਵੱਡਾ ਹਥਿਆਰ ਹੁੰਦਾ ਜਿਹੜਾ ਬੰਦਾ ਨਾ ਕਿਸੇ ਦੀ ਜ਼ਹਿਨੀ ਤੌਰ ਤੇ ਜਿਹੜਾ ਇੰਟਰਫਿਕੇਸ਼ਨ ਕਰਨੀ ਬਹੁਤ ਮਾੜੀ ਹੈ। ਇਹ ਹੈ ਕਿ ਮੇਰਾ ਕਿਵੇਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੁਸੀਂ ਹੌਲੀ ਹੌਲੀ ਤੁਹਾਡੇ ਅੰਦਰ ਉਹ ਚੀਜ਼ ਵਾੜ ਦਿੱਤੀ ਜਾਂਦੀ ਹੈ ਜਿਹਦਾ ਸਾਨੂੰ ਪਤਾ ਹੀ ਨਹੀਂ ਹੁੰਦਾ। ਸਾਡੇ ਘਰਾਂ ਦੇ ਵਿੱਚ ਪਤਾ ਹੀ ਨਹੀਂ ਸੀਗਾ। ਮਾਫੀ ਚਾਹਾਂਗਾ, ਕਈ ਮੈਂ ਦੇਖਿਆ ਬੜੇ ਕਹਿੰਦੇ ਕਹਾਉਂਦੇ ਜਿਹੜੇ ਆਪਦੇ ਆਪ ਨੂੰ, ਉਹ ਵੀ ਕੇਕ ਕੱਟਦੇ ਨੇ। ਦੇਖੋ, ਮੈਂ ਇਸ ਕੰਟਰੋਵਰਸੀ 'ਚ ਨਹੀਂ ਪੈਣਾ, ਪਰ ਜਿਹੜੀ ਗੱਲ ਮੈਂ ਬੇਨਤੀ ਕਰ ਰਿਹਾ ਨਾ, ਵੀ ਇਹ ਹੈ ਸਿੱਖੀ ਦਾ ਸਿਧਾਂਤ ਕਿਤੇ ਹੌਲੀ ਹੌਲੀ ਉਸ ਨੂੰ ਰੰਗ ਦਿੱਤਾ ਜਾ ਰਿਹਾ। ਹੈਪੀ ਕ੍ਰਿਸਮਸ ਦਾ ਬੱਚਿਆਂ ਨੂੰ ਪਤਾ ਹੈ। ਮੇਰੇ ਖਿਆਲ ਜਿੰਨੇ ਕੁ ਸੱਜਣ ਤੁਸੀਂ ਬੈਠੇ ਹੋ, ਕ੍ਰਿਸਮਸ ਬਾਰੇ ਕਿੰਨਾ ਕੁ ਜਾਣਦੇ ਹੋਵੋਗੇ? ਹੈਪੀ ਕਿਉਂ ਹੈ? ਮੈਨੂੰ ਤਾਂ ਇਹ ਲੱਗਦਾ ਉਹਦੀ ਜਿਹੜੀ ਯਿਸੂ ਦੀ ਸ਼ਹਾਦਤ ਨਾਲ ਸੰਬੰਧਿਤ ਹੈ। ਪਰ ਲੋਕ ਹੈਪੀ ਸ਼ਬਦ ਬੜਾ ਯੂਜ਼ ਕਰਦੇ ਨੇ। ਬਹੁਤੇ ਸੱਜਣਾਂ ਨੂੰ ਅੱਜ ਦਾ ਉਹ ਜਿਹੜਾ ਦਿਨ ਹੈ ਸਾਹਿਬਜ਼ਾਦਿਆਂ ਦਾ, ਉਹ 25 ਤਰੀਕ ਨੂੰ ਨਹੀਂ ਪਤਾ ਹੁੰਦਾ, ਕ੍ਰਿਸਮਸ ਦਾ ਪਤਾ ਹੈ। ਕਿਉਂ? ਇਹ ਹੈ ਇੰਟਰਪ੍ਰੀਟੇਸ਼ਨ ਜ਼ਹਿਨੀ ਤੌਰ 'ਤੇ ਬੰਦੇ ਦੀ। ਬਹੁਤ ਕੁਝ ਮੈਂ ਕਿਤੇ ਕਈ ਸੱਜਣਾਂ ਨੂੰ ਦੇਖਿਆ, ਪ੍ਰਚਾਰ ਦੀ ਗੱਲ ਕਰਦੇ ਹਾਂ, ਅਤੇ ਗੱਲ ਭਾਵੇਂ ਕਿਸੇ ਰੂਪ ਦੇ ਵਿੱਚ ਤੁਸੀਂ ਦੇਖੋ, ਸਿੱਖਾਂ ਦੇ ਨੌਜਵਾਨਾਂ ਦੇ ਬੱਚਿਆਂ ਦੇ ਵਿੱਚ ਹੱਥਾਂ 'ਚ ਨਾ ਜਿਹੜੇ ਕੜੇ ਸੀਗੇ, ਗੁਰੂ ਪਾਤਸ਼ਾਹ ਨੇ ਸਰਬਲੋਹ ਦੇ ਪਵਾਏ ਸੀ। ਇੱਕ ਨਵਾਂ ਟਰੈਂਡ ਚੱਲਿਆ ਅੱਜ ਕੱਲ੍ਹ, ਉਹ ਚਾਂਦੀ ਦੇ ਬਣਵਾ ਕੇ ਪਾਉਣ ਲੱਗ ਗਏ। ਚਮਕੀਲੇ ਜਿਹੇ ਪਵਾ ਦੇ, ਉੱਪਰ ਨਾਂ ਲਿਖਾ ਕੇ ਪਾਉਣ ਲੱਗ ਪਏ। ਈਵਨ ਉਹਦੇ 'ਤੇ ਗੋਤ ਲਿਖਾ ਕੇ ਪਾਇਆ ਹੁੰਦਾ। ਵੀ ਇਹਦਾ ਕੀ ਮਤਲਬ ਹੈ? ਇਹ ਹੈ ਇੰਟਰਪ੍ਰੀਟੇਸ਼ਨ। ਜ਼ਹਿਨੀ ਤੌਰ 'ਤੇ ਤੁਹਾਡੇ 'ਚ ਐਂਟਰ ਵੀ ਨਹੀਂ ਇਹ ਤਾਂ ਬਹੁਤ ਸੋਹਣਾ ਲੱਗਦਾ ਹੈ, ਉਹ ਇਹਦੇ ਨਾਲ ਉਹ ਸੋਹਣਾ ਲੱਗਦਾ ਹੈ ਜਿਹੜਾ ਕਲਗੀ ਵਾਲੇ ਬਾਪੂ ਨੇ ਕਿਹਾ ਵੀ ਆਹ ਪਾਉਣਾ ਹੈ। ਇਹ ਹੈ ਜਿੱਥੇ ਜ਼ਿਹਨੀ ਤੌਰ 'ਤੇ ਬੰਦੇ ਦੇ ਉੱਤੇ ਜਿਹੜਾ ਅਟੈਕ ਕਹਿੰਦੇ ਨੇ। ਖੈਰ, ਮੈਂ ਇਸ ਪੱਖ ਦੇ ਸਮਾਜ ਛੋਟੇ ਸਾਹਿਬਜ਼ਾਦਿਆਂ ਦਾ ਦਿਨ 'ਤੇ ਹੈ, ਤਾਂ ਉਹ ਕਹਿਣ ਲੱਗੇ ਵੀ ਤੁਸੀਂ ਜੋ ਮਰਜ਼ੀ ਕਰ ਲਓ, ਜਿਵੇਂ ਮਰਜ਼ੀ ਤੁਸੀਂ ਵਰਤ ਲਓ, ਤੁਸੀਂ ਸਾਡੀ ਜਿਹੜੀ ਸੋਚ ਹੈ ਸਾਡੀ, ਤੁਸੀਂ ਇਹ ਬਦਲ ਨਹੀਂ ਸਕਦੇ। ਇਹ ਹੈ ਬਦਲਾਅ ਕਰਨਾ। ਡਰਾਉਣਾ ਬੰਦਾ, ਜਾਂ ਡਰਾ ਕੇ ਬੰਦੇ ਦੀ ਸੋਚ ਬਦਲਿਆ ਜਾਂਦੀ ਆ, ਜਾਂ ਫਿਰ ਕਿਸੇ ਦਾ ਜਿਹੜਾ ਬ੍ਰੇਨ ਹੈ ਉਹਨੂੰ ਵਾਸ਼ ਕੀਤਾ। ਤੁਸੀਂ ਦੇਖਿਆ 2-4 ਦਿਨਾਂ ਦੇ ਵਿੱਚ ਜਿਹੜੀਆਂ ਪਿੱਛੇ ਸਾਡੇ ਬੇਅਦਬੀ ਦੀਆਂ ਘਟਨਾ ਵਾਪਰੀਆਂ ਨੇ, ਉਹ ਕਿਆ ਹੈ? ਅਸੀਂ ਕੀ ਵੇਖਦੇ ਹਾਂ ਵੀ ਜਿਹੜਾ ਕੋਈ ਬੰਦਾ ਆ ਰਿਹਾ, ਤੁਸੀਂ ਇੱਥੇ ਵੀ ਦੇਖਦੇ ਹੋਗੇ, ਮੈਂ ਵੀ ਕੜੀ ਹਰੇਕ ਨਗਰ 'ਚ ਨਾ ਕੋਈ ਝੱਲਾ ਜਿਹਾ ਬੰਦਾ ਹੁੰਦਾ ਜਿਹਨੂੰ ਵਿਚਾਰੇ ਕੋਈ ਪਤਾ ਨਹੀਂ ਹੁੰਦਾ ਹੈ ਖਾਣ ਪੀਣ ਦਾ। ਵੈਸੇ ਐਵੇਂ ਜੇ ਆਪਾਂ ਕਹਿੰਦੇ ਤਾਂ ਪਾਗਲ ਹੈ ਜੀ, ਤੁਸੀਂ ਵੀ ਦੇਖਿਆ ਹੋਣਾ, ਪਰ ਮੈਂ ਤਾਂ ਕਦੇ ਦੇਖਿਆ ਨਹੀਂ ਵੀ ਇਸ ਤਰ੍ਹਾਂ ਇੱਥੇ ਵੀ ਫਿਰਦੇ ਹੋਣਗੇ ਵੀ ਕਦੇ ਗੁਰਦੁਆਰੇ 'ਚ ਆ ਬੜਿਆ ਅਤੇ ਇੱਥੇ ਆ ਕੇ ਜੇ ਆ ਵੀ ਮੈਂ ਕਈ ਵਾਰ ਦੇਖਿਆ, ਉਹ ਆਉਂਦੇ ਨੇ ਉਵੇਂ ਸੋ ਮੱਥਾ ਟੇਕ ਕੇ ਕੁਛ ਲਿਆ ਅਤੇ ਚਲੇ। ਮੈਂ ਤਾਂ ਕਦੇ ਦੇਖਿਆ ਨਹੀਂ ਇਸ ਤਰ੍ਹਾਂ ਦੀਆਂ ਬੇਅਦਬੀਆਂ ਕਰਦੇ।
ਇਹ ਉਹਨਾਂ ਲੋਕਾਂ ਤੇ ਜਿਨ੍ਹਾਂ ਤੁਸੀਂ ਪਿੱਛੇ ਇੱਕ ਹੋਰ ਨਵੀਂ ਘਟਨਾ ਵਾਪਰੀ, ਬੱਚਿਆਂ ਨੇ ਬੇਅਦਬੀ ਕਰ ਦਿੱਤੀ, ਛੋਟੇ ਛੋਟੇ ਬੱਚਿਆਂ ਤੋਂ ਕਰਾਈ ਦਿੱਤੀ ਗਈ ਹੈ। ਇਹ ਹੈ ਬ੍ਰੇਨ ਵਾਸ਼ ਕਰਨਾ, ਚਾਹੇ ਡਰਾ ਕੇ ਧਮਕਾ ਕੇ ਤੇ ਚਾਹੇ ਉਹਨਾਂ ਨੂੰ ਲਾਲਚ ਦੇ ਕੇ। ਆਹ ਸਾਹਿਬਜ਼ਾਦਿਆਂ ਦੀ ਜਿਹੜੀ ਅੱਜ ਦੀ ਸ਼ਹਾਦਤ ਹੈ, ਇਹੀ ਤਾਂ ਸਿਖਾ ਰਹੀ ਹੈ। ਲਾਲਚ ਦੇ ਦਿਓ, ਅਸੀਂ ਨਹੀਂ ਬਦਲਣਾ, ਸਾਨੂੰ ਲਾਲਚ ਤੇ ਅਸੀਂ ਬਦਲ ਹੀ ਨਹੀਂ ਸਕਦੇ। ਕਿੱਡੇ ਕਿੱਡੇ ਲਾਲਚ ਤੁਸੀਂ ਮੇਜ਼ ਕਰੋ। ਮੈਂ ਉਸ ਦਿਨ ਵੀ ਜ਼ਿਕਰ ਕਰ ਰਿਹਾ ਸੀ ਵੀ ਛੋਟੇ ਸਾਹਿਬਜ਼ਾਦੇ, ਉਹਨਾਂ ਨੂੰ ਕਹਦੇ ਤੁਹਾਨੂੰ ਅਸੀਂ ਐਵੇਂ ਕਰਾਂਗੇ, ਤੁਹਾਨੂੰ ਬੜੀਆਂ ਚੀਜ਼ਾਂ ਲੈ ਕੇ ਦੇਵਾਂਗੇ, ਖਾਣ ਪੀਣ ਦਾ ਲੈ ਕੇ ਦੇਵਾਂਗੇ। ਅਸੀਂ ਅਕਸਰ ਸੁਣਦੇ ਹਾਂ ਜੀ ਤੁਹਾਨੂੰ ਡੋਲੇ ਦੇਵਾਂ। ਬੱਚਿਆਂ ਨੂੰ ਕਿਆ ਡੋਲਿਆਂ ਦਾ ਪਤਾ ਹੁੰਦਾ ਹੈ ਵੀ ਵਿਆਹ ਵੇਲੇ ਦੀਆਂ ਗੱਲਾਂ ਜਿਹੜੀਆਂ ਜਾ ਕੇ 17 18 19 ਸਾਲ ਤੇ ਜਾ ਕੇ ਪਤਾ ਲੱਗਦੀਆਂ ਨੂੰ 5-7 ਸਾਲ ਦੇ ਬੱਚੇ ਨੂੰ ਡੋਲਿਆਂ ਦੀ ਗੱਲਾਂ ਕਰ ਰਹੇ ਨੇ। ਤੇ ਵੀ ਇਹ 'ਚ ਕੀ ਹੈ? ਇਹ ਜਿਹੜਾ ਲਾਲਚ ਹੈ ਨਾ ਕਿਸੇ ਰੂਪ ਦਾ ਬੱਚੇ ਨੂੰ ਭਰਮਾਉਣਾ, ਤਾਂ ਹੁੰਦਾ ਕੀ ਹੈ? ਉੱਤੇ ਗੜਬੜ ਹੁੰਦੀ ਹੈ। ਹੁਣ ਇਹ ਜੇ ਕਿਤੇ ਆਹ ਦਿਨਾਂ ਤੋਂ ਸਾਨੂੰ ਸਮਝ ਪੈ ਜਾਏ, ਸਾਡੇ ਜਿਹੜੇ ਬੱਚੇ ਨੇ ਉਹਨਾਂ ਦੇ ਜ਼ਿਹਨ ਦੇ ਵਿੱਚ ਇਹ ਗੱਲ ਪਾਈ ਜਾਵੇ ਵੀ ਡਰਨਾ ਨਹੀਂ ਕਦੇ, ਲਾਲਚ ਨਹੀਂ ਲੈਣਾ। ਆਹ ਜਿਹੜੀਆਂ ਜਿਹਨੂੰ ਅਸੀਂ ਮੋਰਲ ਡਿਊਟੀਜ਼ ਨੇ ਸਾਡੀਆਂ ਜਾਂ ਮੋਰਲ ਵੈਲਿਊਜ਼ ਨੇ ਨਾ, ਇਹ ਨਹੀਂ ਡਿਵਾਈਡ ਹੋ ਰਹੀਆਂ। ਸਪੈਸ਼ਲੀ ਸਾਡੀ ਜਿਹੜੀ ਸਕੂਲ ਸਟਰਕਚਰ ਦੀ ਐਜੂਕੇਸ਼ਨ ਆ ਉਹਦੇ ਵਿੱਚ ਵੀ ਨਹੀਂ ਹੋ ਰਹੀਆਂ। ਬੱਚਿਆਂ ਨੂੰ ਦੇਖੋ ਪੜ੍ਹਾਇਆ ਜਾਂਦਾ ਬੜੀ ਜਗ੍ਹਾ 'ਤੇ, ਤੁਸੀਂ ਹਰ ਚੀਜ਼ ਪੜ੍ਹਾਈ ਜਾਂਦੇ, ਪਰ ਤੁਸੀਂ ਦੇਖੋ ਲਸਟ ਬਾਰੇ, ਐਂਗਰ ਬਾਰੇ, ਜਾਂ ਈਰਖਾ ਬਾਰੇ, ਜਾਂ ਫਿਰ ਤੁਸੀਂ ਕਹਿ ਲਓ ਮੋਹ ਬਾਰੇ, ਅਟੈਚਮੈਂਟ ਬਾਰੇ, ਹੰਕਾਰ ਬਾਰੇ, ਈਗੋ ਬਾਰੇ ਕਿੱਥੇ ਪੜ੍ਹਾਇਆ ਜਾਂਦਾ? ਅੱਜ ਤੁਸੀਂ ਬੱਚਿਆਂ ਨਾਲ ਗੱਲ ਕਰਕੇ ਦੇਖੋ, ਹਰ ਬੱਚਾ ਆਪਣੀ ਈਗੋਇਸਟ ਜਿਹੜਾ ਹੋਇਆ ਫਿਰਦਾ ਹੈ, ਜਾਂ ਫਿਰ ਮਾੜੀ ਜਿਹੀ ਗੱਲ ਕਹੋ ਗੁੱਸੇ ਹੋ ਗਿਆ। ਇਹ ਰੀਜ਼ਨ ਕੀ ਹੈ? ਇਹਨਾਂ ਦੀ ਐਜੂਕੇਸ਼ਨ ਨਹੀਂ ਹੈ, ਇਹ ਐਜੂਕੇਸ਼ਨ ਘੱਟ ਰਹੀ ਹੈ। ਤਾਂ ਇਹ ਜਿਹੜੀਆਂ ਚੀਜ਼ਾਂ ਮੈਂ ਬੇਨਤੀ ਕਰ ਰਿਹਾ, ਇਸ ਪੱਖ ਤੋਂ ਬੱਚਿਆਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ। ਖੈਰ ਉਹ ਕਹਿੰਦਾ ਵੀ ਤੁਹਾਨੂੰ ਪਤਾ ਮੈਂ ਸੂਬਾ ਸਰਹੰਦ ਹੈ। ਬੱਚੇ ਕਹਿੰਦੇ ਕੋਈ ਗੱਲ ਹੀ ਨਹੀਂ ਹੈਗੀ। ਤਾਂ ਫਿਰ ਉਹਨੇ ਕਿਹਾ ਵੀ ਬੜਾ ਡਰਾਇਆ ਧਮਕਾਇਆ। ਉਹ ਕਹਿੰਦੇ ਇੰਝ ਕਰੋ, ਫਿਰ ਜਿਹੜਾ ਆਪਾਂ ਕੱਲ੍ਹ 2 ਦਿਨ ਲੰਘ ਗਏ ਨੇ, ਉਹਦਾ ਜ਼ਿਕਰ ਜਸਟਰਡੇ ਮੈਂ ਨਹੀਂ ਹਾਜ਼ਰੀ ਭਰ ਸਕਿਆ। ਤਾਂ ਉਹਨਾਂ ਨੇ ਫਿਰ ਇਹ 'ਚ ਕਿਹਾ ਵੀ ਐਂ ਕਰੋ, ਇਹਨਾਂ ਨੂੰ ਬੱਚਿਆਂ ਨਾਲ ਵੀ ਮੁਖਾਲਫਤ ਕਰਨ ਦਾ ਕਿਆ ਫਾਇਦਾ, ਇਹਨਾਂ ਨੂੰ ਐਂ ਕਰੋ, ਇਹਨਾਂ ਨੂੰ ਵਾਪਸ ਭੇਜੋ। ਹੁਣ ਤੁਸੀਂ ਧਿਆਨ ਦਿਓ ਵੀ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਕਿਉਂ ਰੱਖਿਆ? ਆਹ ਹੈ ਕਾਰਨ ਵੱਡਾ, ਕਿ ਜਿਹੜੀ ਠੰਡ ਹੈ ਨਾ, ਦੇਖੋ ਠੰਡ ਬੱਚਿਆਂ ਨੂੰ ਵੀ ਬਹੁਤ ਲੱਗਦੀ ਹੈ, ਬਜ਼ੁਰਗ ਨੂੰ ਵੀ ਬਹੁਤ ਲੱਗਦੀ ਹੈ, ਪਰ ਜਿਹੜੀ ਮਾਤਾ ਹੈ ਨਾ, ਮਾਤਾ ਬਜ਼ੁਰਗ ਮਾਤਾ, ਉਹਨੂੰ ਐਂ ਹੁੰਦਾ ਹੈਗਾ ਵੀ ਚਲੋ ਆਪਦੀ ਠੰਡ ਤਾਂ ਉਹ ਸਹਾਰ ਲਏਗੀ, ਬੱਚਿਆਂ ਦੀ ਠੰਡ ਪਿੱਛੇ ਨਹੀਂ ਸਾਰੇ। ਹੋ ਸਕਦਾ ਉਹ ਕਹਿ ਹੀ ਦੇਵੇਗੀ ਚਲੋ ਕੋਈ ਗੱਲ ਨਹੀਂ ਜੀ, ਬੱਚਿਆਂ 'ਤੇ ਤਾਂ ਤਰਸ ਖਾਓ। ਇਹ 140 ਫੁੱਟ 'ਤੇ ਜਿਹੜਾ ਬੜੀ ਜਗ੍ਹਾ ਬਣਾਈ ਜਾਂਦੀ ਹੈ ਸਪੈਸ਼ਲ, ਆਉਣ ਜਾਣ ਵਾਲੇ ਜਿਹੜੇ ਮੌਕੇ ਦੇ ਨਵਾਬ ਨੇ ਉਹ ਇੱਥੇ ਆਉਂਦੇ ਨੇ, ਆ ਕੇ ਬੈਠ ਕੇ, ਦਰਿਆ ਦਾ ਕੰਢਾ ਹੈ, ਹਵਾ ਠੰਡੀ ਲੱਗਦੀ ਹੈ। ਇਸ ਜਗ੍ਹਾ 'ਤੇ ਆ ਕੇ ਉਹ ਸਾਰੇ ਦੇ ਸਾਰੇ ਜਿਹੜੇ ਆ ਕੇ ਕੀ ਕਰਦੇ ਨੇ, ਇੱਕ ਬੈਠਦੇ ਨੇ, ਹਵਾ ਠੰਡੀ, ਗਰਮੀ ਦੇ ਦਿਨਾਂ ਦੇ ਵਿੱਚ ਆ ਕੇ ਬੈਠ ਕੇ ਆਪਣਾ ਜਿਹੜਾ ਉੱਥੇ ਆ ਕੇ ਖਾਣ ਪੀਣ ਕਰਦੇ ਨੇ। ਇਹੋ ਜਿਹੇ ਹਾਲਾਤ ਜਿਹੜੇ ਨੇ, ਉੱਪਰ ਸਰਦੀਆਂ 'ਚ ਕਿਹੋ ਜਿਹਾ, ਕਿ ਉਸ ਬੁਰਜ ਦੀ ਗੱਲ ਹੈ। ਹੁਣ ਉੱਥੇ ਬੱਚਿਆਂ ਨੂੰ ਜਿਹੜਾ ਹੈ ਰੱਖਿਆ ਜਾਂਦਾ ਪਹਿਲੇ ਦਿਨ। ਹੁਣ ਉਸ ਪਹਿਲੇ ਦਿਨ ਦੀ ਵਾਰਤਾ ਜਿਹੜੀ ਹੈ ਰਾਤ ਦੀ, ਜਦੋਂ ਆ ਗਏ ਤਾਂ ਠੰਡ ਬੜੀ ਹੈ, ਤੇ ਮਾਤਾ ਪੁੱਛਦੀ ਹੈ ਬੱਚੋ ਅੱਜ ਕੀ ਹੋਇਆ ਕਚਹਿਰੀ 'ਚ, ਕੋਰਟ ਦੇ ਵਿੱਚ ਕੀ ਹੁੰਦਾ ਹੈ? ਤਾਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਦੋਨੇ ਪਾਸੇ ਬੈਠ ਕੇ ਮਾਤਾ ਦੇ, ਤੇ ਮਾਤਾ ਨੇ ਵਾਰਤਾ ਸੁਣੀ। ਕਹਿਣ ਲੱਗੀ ਬੱਚਿਓ ਆਓ ਮੇਰੀ ਗੋਦ ਵਿੱਚ ਬੈਠੋ, ਮੈਂ ਅੱਜ ਤੁਹਾਨੂੰ ਕੀ ਕਰਦੀ ਹਾਂ, ਤੁਹਾਨੂੰ ਮੈਂ ਨਿੱਘ ਦਿੰਦੀ ਹਾਂ। ਤੇ ਬਾਬਾ ਜ਼ੋਰਾਵਰ ਸਿੰਘ ਕਹਿਣ ਲੱਗੇ ਮਾਤਾ ਜੀ, ਦਾਦੀ ਮਾਂ, ਨਾ ਇੱਥੇ ਅੱਗ ਬਲਦੀ ਹੈ, ਨਾ ਕੋਈ ਇੱਥੇ ਰਜ਼ਾਈ ਹੈ, ਨਾ ਕੋਈ ਹੋਰ ਕੱਪੜਾ ਹੈ, ਤੁਸੀਂ ਮੈਨੂੰ ਨਿੱਘ ਕਿਵੇਂ ਦੇਵੋਗੇ? ਤੁਸੀਂ ਕਹਿ ਰਹੇ ਹੋ ਆਓ ਬੇਟੇ ਬੱਚਿਓ ਤੁਹਾਨੂੰ ਮੈਂ ਨਿੱਘ ਦੇਵਾਂ, ਨਾ ਤਾਂ ਇੱਥੇ ਅੱਗ ਬਲਦੀ ਹੈ ਤੇ ਨਾ ਹੀ ਇੱਥੇ ਕੋਈ ਰਜ਼ਾਈ ਹੈ, ਨਾ ਕੰਬਲ ਹੈ, ਤੁਸੀਂ ਕਿਵੇਂ ਮੈਨੂੰ ਨਿੱਘ ਦੇਵੋਗੇ? ਤਾਂ ਦਾਦੀ ਮਾਂ ਨੇ ਆਖਿਆ ਬੈਠੋ, ਆਪਣੇ ਗੋਡਿਆਂ 'ਤੇ ਬਿਠਾ ਲਏ, ਜੋ ਕੱਪੜਾ ਸੀ ਇਸ ਤਰ੍ਹਾਂ ਬੋਕਲ ਮਾਰ ਕੇ ਬੈਠ ਗਏ। ਤਾਂ ਦਾਦੀ ਮਾਂ ਕਹਿਣ ਲੱਗੇ ਧੰਨ ਮਾਤਾ ਗੁਜਰੀ ਜੀ, ਕਿ ਬੱਚਿਓ ਮੈਂ ਤੁਹਾਨੂੰ ਨਿੱਘ ਦੇਵਾਂਗੀ, ਪਰ ਅੱਜ ਤੁਹਾਨੂੰ ਨਿੱਘ ਮਿਲੇਗਾ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਤੋਂ। ਗੁਰੂ ਅਰਜਨ ਪਾਤਸ਼ਾਹ ਮਹਾਰਾਜ ਦੀ ਸ਼ਹਾਦਤ। ਹਾਂ, ਹੁਣ ਅੱਜ ਦੀ ਜਿਹੜੀ ਉਹ ਰਾਤ ਹੈ, ਪਹਿਲੀ ਰਾਤ ਮਾਤਾ ਗੁਜਰੀ ਜੀ ਬੱਚਿਆਂ ਨੂੰ ਗੁਰੂ ਅਰਜਨ ਦੇਵ ਦਾ ਇਤਿਹਾਸ ਸੁਣਾਉਂਦੀ ਹੈ ਸਾਰੀ ਰਾਤ। ਵੀ ਦੇਖੋ ਕਿਵੇਂ ਤੱਤੀ ਤਵੀ ਤੇ ਬੈਠ ਕੇ ਵੀ ਉਹਨਾਂ ਨੇ ਇਹ ਕਿਹਾ ਸੀ ਵੀ ਤੇਰਾ ਕੀਆ ਮੀਠਾ ਲਾਗੇ। ਸਾਰੀ ਰਾਤ ਇਸ ਰੰਗ ਵਿੱਚ ਬਤੀਤ ਹੁੰਦੀ ਹੈ। ਬੱਚੇ ਜਿਹੜੇ ਨੇ ਸੁਣ ਰਹੇ ਨੇ, ਬੜੇ
ਅਦਬ ਦੇ ਨਾਲ, ਬੜੇ ਸਤਿਕਾਰ ਦੇ ਨਾਲ, ਕਿ ਇਹ ਜਿਹੜੀ ਮਾਤਾ ਗੁਰੂ ਅਰਜਨ ਪਾਤਸ਼ਾਹ ਦੀ ਜਦੋਂ ਉਹਨਾਂ ਨੇ ਵਾਰਤਾ ਸਾਰੀ ਸ਼ਹਾਦਤ ਦੀ ਸੁਣਾਈ ਤੇ ਬੱਚਿਆਂ ਅੰਦਰ ਇੱਕ ਉਤਸ਼ਾਹ ਬਣਿਆ। ਹੁਣ ਪਹਿਲੀ ਰਾਤ ਐਵੇਂ ਗੁਜ਼ਰਦੀ ਹੈ ਤਾਂ ਇਸ ਰਾਤ ਵਿੱਚ ਸਵੇਰ ਹੁੰਦੀ ਹੈ ਤੇ ਸਵੇਰ ਵੇਲੇ ਫਿਰ ਜਿਹੜਾ ਜਿਹੜੇ ਸਿਪਾਹੀ ਆ ਗਏ ਤੇ ਸਿਪਾਹੀ ਆ ਕੇ ਕਹਿੰਦੇ ਵੀ ਅੱਜ ਫਿਰ ਲੈ ਕੇ ਜਾਣਾ ਕਚਹਿਰੀ, ਜਿਹੜਾ ਕੱਲ੍ਹ ਵਾਲਾ ਦਿਨ ਲੰਘਿਆ ਉਸ ਨੂੰ। ਦੂਸਰੇ ਦਿਨ ਵੀ ਹੁਣ ਜਦੋਂ ਬੱਚਿਆਂ ਨੂੰ ਲੈਣ ਵਾਸਤੇ ਆਏ, ਮਾਤਾ ਨੇ ਉਸੇ ਤਰ੍ਹਾਂ ਫਿਰ ਤਿਆਰ ਕੀਤਾ। ਜਾਣ ਲੱਗੇ ਕਹਿਣ ਲੱਗੀ, ਪੁੱਤਰੋ ਇਹ ਯਾਦ ਰੱਖਿਆ ਜੇ, ਇਹ ਯਾਦ ਰੱਖਿਆ ਵੀ ਤੁਹਾਡੇ ਬਾਪੂ ਨੇ ਕਿਸੇ ਮੂਹਰੇ ਸਿਰ ਨਹੀਂ ਸੀ ਝੁਕਾਇਆ 9 ਸਾਲ ਦੀ ਉਮਰ ਦੇ ਵਿੱਚ ਵੀ, ਤੇ ਨਾ ਹੀ 19 ਸਾਲ ਤੱਕ ਉਸ ਉਮਰ ਦੇ, ਮਤਲਬ ਆਪਾਂ ਕਹਿ ਸਕਦੇ ਵੀ ਟੀਨ ਏਜ ਦੇ ਵਿੱਚ ਕਿਸੇ ਮੂਹਰੇ ਸਿਰ ਨਹੀਂ ਝੁਕਾਇਆ, ਬਚਪਨ ਦੇ ਵਿੱਚ ਕਿਸੇ ਮੂਹਰੇ ਸਿਰ ਨਹੀਂ ਸੀ ਝੁਕਾਇਆ। ਜੇ ਚੇਤਾ ਰੱਖਿਓ ਆਪਣੀ ਦਾਦੀ ਦੀਆਂ ਸਿੱਖਿਆਵਾਂ ਲੜ ਬੰਨ੍ਹ ਕੇ ਬੱਚੇ ਉੱਥੋਂ ਚਲੇ ਜਾਂਦੇ ਨੇ। ਹੁਣ ਕਚਹਿਰੀ ਵਿੱਚ ਗਏ, ਜਦੋਂ ਬੱਚੇ ਕਚਹਿਰੀ ਵਿੱਚ ਗਏ ਨਾ ਤਾਂ ਕਚਹਿਰੀ ਦੇ ਵਿੱਚ ਸਾਰਾ ਵਰਤਾਰਾ ਹੋ ਗਿਆ, ਸਾਰੀ ਦਿਹਾੜੀ ਵਰਤ ਗਈ। ਤੇ ਉਸ ਵਾਪਰਨ ਤੋਂ ਬਾਅਦ ਜਦੋਂ ਸ਼ਾਮ ਪਈ, ਸ਼ਾਮ ਦੇ ਵਕਤ ਫਿਰ ਬੱਚੇ ਆਏ ਵਾਪਸ। ਤੇ ਜਦੋਂ ਬੱਚੇ ਸ਼ਾਮ ਨੂੰ ਵਾਪਸ ਆਏ ਨਾ ਤੇ ਬਾਬਾ ਜ਼ੋਰਾਵਰ ਸਿੰਘ ਜੀ ਪੌੜੀਆਂ ਚੜ੍ਹਦੇ ਨੇ ਉਸ ਬੁਰਜ ਦੀਆਂ, ਤੇ ਨਾਲੇ ਪੌੜੀਆਂ ਚੜ੍ਹ ਰਹੇ ਨੇ, ਨਾਲੇ ਚਿਹਰੇ ਤੇ ਬੜੀ ਖੁਸ਼ੀ ਹੈ। ਤੇ ਦਾਦੀ ਮਾਂ ਨੂੰ ਪਤਾ ਲੱਗ ਗਿਆ, ਬੱਚਿਆਂ ਦੀਆਂ ਆਵਾਜ਼ਾਂ ਸੁਣ ਲਈਆਂ, ਬੱਚੇ ਆ ਗਏ ਤੇ ਦਾਦੀ ਮਾਂ ਵੀ ਅੱਗੇ ਖੜ੍ਹ ਕੇ ਵੇਟ ਕਰ ਰਹੀ ਹੈ, ਬੱਚੇ ਆ ਰਹੇ ਨੇ, ਬੜੇ ਖੁਸ਼ ਹੋਏ। ਹੁਣ ਜਿਉਂ ਹੀ ਉਹ ਦੇਖ ਲਿਆ ਤੇ ਦੌੜ ਕੇ ਆ ਕੇ ਬਾਬਾ ਜ਼ੋਰਾਵਰ ਸਿੰਘ ਨੇ ਦਾਦੀ ਨੂੰ ਜੱਫੀ ਪਾ ਲਈ। ਤੇ ਦਾਦੀ ਮਾਤਾ ਗੁਜਰੀ ਬੜੇ ਖੁਸ਼ ਹੋ ਕੇ ਕਹਿਣਗੇ, ਬੇਟੇ ਅੱਜ ਬੜਾ ਖੁਸ਼ ਹੈ, ਕੀ ਗੱਲ? ਦਾਦੀ ਮਾਂ ਮੈਂ ਤੁਹਾਨੂੰ ਅੱਜ ਦੀ ਤਾਂ ਕਮਾਲ ਹੀ ਕਰ ਦਿੱਤੀ, ਅੱਜ ਤਾਂ ਬੜੀ, ਜਿਹੜੀ ਤੂੰ ਕਹਿੰਦੀ ਸੀ ਨਾ ਵੀ ਤੁਹਾਡੇ ਪਿਤਾ ਨੇ ਕਿਸੇ ਮੂਹਰੇ ਸ਼ੀਸ਼ ਨਹੀਂ ਝੁਕਾਇਆ, ਅੱਜ ਅਸੀਂ ਉਹ ਸਿਧਾਂਤ ਜਿਹੜਾ ਹੈ ਗੁਰੂ ਪਿਤਾ ਵਾਲਾ, ਅੱਜ ਉਹ ਅਸੀਂ ਫਿਰ ਪੂਰਨ ਕੀਤਾ ਹੈ। ਮਹਾਰਾਜ ਨੇ ਕਿਆ ਹੋਇਆ? ਬੈਠੋ, ਮੈਨੂੰ ਦੋ ਹੀ ਦੱਸੋ। ਜਾਨੂੰ ਬਾਬਾ ਫਤਿਹ ਸਿੰਘ ਜੀ ਪਹੁੰਚ ਗਏ, ਦੋ ਹੀ ਬੈਠ ਗਏ ਕੋਲੇ, ਬੈਠ ਕੇ ਫਿਰ ਮਾਤਾ ਫਿਰ ਪੁੱਛਦੀ ਹੈ ਕਿ ਕੀ ਹੋਇਆ, ਦੱਸੋ ਸਾਨੂੰ। ਹੁਣ ਜਿਹੜੀ ਅੱਜ ਦੀ ਉਸ ਦਿਨ ਦੀ ਘਟਨਾ ਹੈ ਨਾ, ਮੈਂ ਉਹ ਬਾਬਾ ਜ਼ੋਰਾਵਰ ਸਿੰਘ ਦੇ ਮੂੰਹੋਂ ਬੁਲਾਉਣੀ ਚਾਹੁੰਦਾ। ਮੈਂ ਅਸਲ ਵਿੱਚ ਉੱਥੇ ਬਿਆਨ ਕਰ ਸਕਦਾ, ਪਰ ਉਹਨਾਂ ਢੰਗ ਹੈ ਲਿਖਣ ਦਾ। ਤੇ ਜਦੋਂ ਹੀ ਉਹ ਆਏ ਤੇ ਕਹਿਣ ਲੱਗੇ, ਪਤਾ ਮਾਤਾ 'ਚ ਕੀ ਹੋਇਆ? ਮਾਤਾ ਪੁੱਛਦੇ, ਪੁੱਤਰੋ ਕੀ ਹੋਇਆ? ਦਾਦੀ ਮਾਂ ਜਦੋਂ ਸਾਨੂੰ ਸਿਪਾਹੀ ਲੈ ਕੇ ਗਏ ਨਾ, ਅੱਜ ਉਹਨਾਂ ਨੇ ਇੱਕ ਨਵਾਂ ਕੰਮ ਕੀਤਾ ਸੀ। ਜਿਹੜਾ ਵੱਡਾ ਗੇਟ ਸੀ ਉਹ ਬੰਦ ਕਰ ਦਿੱਤਾ, ਛੋਟਾ ਜਿਹਾ ਗੇਟ ਖੋਲ ਲਿਆ। ਉਸ ਗੇਟ ਦੇ ਵਿੱਚੋਂ ਦੇ ਸਿਪਾਹੀ ਲੰਘਿਆ, ਤੇ ਜਦੋਂ ਸਿਪਾਹੀ ਲੰਘਿਆ ਨਾ, ਦਾਦੀ ਮਾਂ ਮੈਂ ਪਿੱਛੇ ਸੀ, ਮੇਰਾ ਵੀਰ ਫਤਿਹ ਸਿੰਘ ਅੱਗੇ ਸੀ। ਤੇ ਜਦੋਂ ਸਿਪਾਹੀ ਲੰਘਿਆ, ਸਿਪਾਹੀ ਫਤਿਹ ਸਿੰਘ ਨੂੰ ਕਹਿਣ ਲੱਗਿਆ ਵੀ ਜਿਵੇਂ ਮੈਂ ਲੰਘਣਾ ਨਾ ਉਵੇਂ ਹੀ ਤੁਸੀਂ ਲੰਘਣਾ ਹੈ। ਤੇ ਜੋ ਹੀ ਅੰਦਰ ਵੜਨਾ, ਉਹਨੇ ਉਸ ਸੂਬੇ ਸਰਹੰਦ ਨੂੰ ਫਤਿਹ ਜਿਹੜਾ ਸਲਾਮਾਂ ਲੇਖਮ ਕੀਤੀ, ਸਲਾਮ ਕਰਕੇ ਸਜਦਾ ਕੀਤਾ, ਤੇ ਫਿਰ ਉਹਨੇ ਆਪਣਾ ਸਿਰ ਉੱਪਰ ਕੀਤਾ। ਤੇ ਦਾਦੀ ਮਾਂ ਜਦ ਮੈਂ ਫਤਿਹ ਸਿੰਘ ਨੂੰ ਦੇਖ ਲਿਆ, ਮੈਂ ਦੂਰੋਂ ਆਵਾਜ਼ ਦੇ ਕੇ ਕਹਾ ਵੀ, ਆਵਾਜ਼ ਮਾਰ ਕੇ ਕਹਾ, ਦੇਖੀ ਵੀਰਾ ਅੱਜ ਕਿਤੇ ਉਹ ਕੰਮ ਨਾ ਹੋ ਜਾਏ, ਅੱਜ ਦੇ ਦਿਨ ਤੇ ਚੇਤਾ ਰੱਖੀ, ਸਾਡੇ ਪਿਤਾ ਦਾ ਸਿਰ ਝੁਕ ਜਾਏਗਾ, ਤੂੰ ਸਿਰ ਨਾ ਝੁਕਾ ਦੇ, ਸਾਡੇ ਦਾਦੇ ਦਾ ਸਿਰ ਝੁਕ ਜਾਏਗਾ, ਪੂਰੇ ਪੰਥ ਦਾ ਸਿਰ ਝੁਕ ਜਾਏਗਾ, ਪਰ ਤੂੰ ਸਿਰ ਨਾ ਝੁਕਾ ਦੇ। ਤੇ ਮੈਂ ਤਾਂ ਅਜੇ ਆਵਾਜ਼ ਹੀ ਮਾਰ ਲੱਗਿਆ ਸੀ ਦਾਦੀ ਮਾਂ। ਤੇ ਦਾਦੀ ਕਹਿੰਦੀ, ਫਿਰ ਕੀ ਹੋਇਆ? ਫਿਰ ਹੋਣਾ ਕੀ ਸੀ, ਮੇਰੇ ਵੀਰ ਨੇ ਸਿਰ ਮੇਰੇ ਵੱਲ ਝੁਕਾਇਆ, ਤੇ ਜਿੱਧਰ ਸੂਬਾ ਸਰਹੰਦ ਸੀ ਉਧਰ ਪਹਿਲਾਂ ਜੁੱਤੀ ਵਾਲਾ ਪੈਰ ਕੱਢਿਆ ਬਾਹਰ। ਜਦੋਂ ਮੈਂ ਦੇਖਿਆ ਦਾਦੀ ਮਾਂ, ਮੈਂ ਬੜਾ ਖੁਸ਼ ਹੋਇਆ, ਤੇ ਅਸੀਂ ਦੋਨਾਂ ਨੇ ਅੰਦਰ ਜਾ ਕੇ ਆਖਿਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਿਰ ਉਸੇ ਤਰ੍ਹਾਂ ਫਤਿਹ ਬੁਲਾਈ ਜਿਵੇਂ ਪਹਿਲਾਂ ਬੁਲਾਈ। ਦਾਦੀ ਮਾਂ ਅਸੀਂ ਫਤਿਹ ਬੁਲਾਈ। ਸਾਰੀ ਸਭਾ ਜਿਹੜੀ ਸੀ, ਜਿਨ੍ਹਾਂ ਦਾ ਮਨਸੂਬਾ ਬਣਾਇਆ ਸੀ ਵੀ ਜਦੋਂ ਬੱਚੇ ਅੰਦਰ ਆਉਣਗੇ ਸਿਰ ਝੁਕਾਉਣਗੇ, ਤੇ ਜਿਉਂ ਹੀ ਸਿਰ ਝੁਕਾਉਣਗੇ ਅਸੀਂ ਸਾਰੇ ਕਹਿ ਦਾਂਗੇ ਵੀ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਨੇ ਸਿਰ ਝੁਕਾ ਦਿੱਤਾ। ਉਹਨਾਂ ਦੀ ਗੱਲ ਤੇ ਸਾਰੀ ਤੇ ਪਾਣੀ ਫਿਰ ਗਿਆ। ਇਹ ਹੈ, ਇਹਨੂੰ ਕਹਿੰਦੇ ਨੇ ਕੂਟਨੀਤੀ, ਉਹਨੂੰ ਕਹਿੰਦੇ ਨੇ ਕੂਟਨੀਤੀ। ਜਿਹੜੀ ਕੂਟਨੀਤੀ ਹੁੰਦੀ ਹੈ ਨਾ, ਇਹ ਪਤਾ ਨਹੀਂ ਲੱਗਦਾ ਵੀ ਇਹ ਕਰਨਾ ਕੀ ਹੈ, ਬੰਦੇ ਨੂੰ ਭਰਮਾ ਕੇ। ਕੁਟਲਨੀਤੀ ਦੇ ਵਿੱਚ ਇਹੀ ਕੁਛ ਹੁੰਦਾ ਹੈ, ਪਹਿਲਾਂ ਡਰਾਇਆ, ਧਮਕਾਇਆ, ਹੁਣ ਉਹ ਕਹਿੰਦਾ ਨਹੀਂ ਇਹਨਾਂ ਨੂੰ ਕਿਹੜਾ ਪਤਾ ਲੱਗਣਾ। ਆਹ ਹੈ ਇਹ ਦੂਜਾ ਸਟੈਪ ਹੈ। ਫਿਰ ਤੀਸਰਾ ਤਾਂ ਹੁੰਦਾ ਨਾ ਵੀ ਸਾਵਧਾਨ ਦੰਡ ਭੇਦ ਜਿਵੇਂ ਕਹਿੰਦੇ ਨੇ, ਉਹ ਗੱਲ। ਹੁਣ ਜਦੋਂ ਤੀਸਰੀ ਵਾਰੀ ਹੋਈ
ਤਾਂ ਫਿਰ ਦਾਦੀ ਮਾਂ ਅਸੀਂ ਕਚਹਿਰੀ ਵਿੱਚ ਚਲੇ ਗਏ। ਤਾਂ ਕਚਹਿਰੀ ਵਿੱਚ ਜਾ ਕੇ ਅਸੀਂ ਉਹ ਸਾਨੂੰ ਬਾਰ-ਬਾਰ ਕਹਿੰਦੇ ਰਹੇ, ਬਾਰ-ਬਾਰ ਸਮਝਾਉਂਦੇ ਰਹੇ, ਤੁਹਾਨੂੰ ਅਸੀਂ ਆਹ ਦੇਵਾਂਗੇ, ਤੁਹਾਨੂੰ ਆਹ ਦੇਵਾਂਗੇ, ਪਰ ਜੋ ਕੁਝ ਦਾਦੀ ਮਾਂ ਤੂੰ ਸਾਨੂੰ ਸਿਖਾਇਆ ਨਾ, ਅਸੀਂ ਉਹਦੇ 'ਤੇ ਪੂਰੇ ਉਤਰੇ। ਅਸੀਂ ਉਹਨਾਂ ਦੀ ਇੱਕ ਵੀ ਨਹੀਂ ਮੰਨੀ ਗੱਲ। ਹੁਣ ਮੈਂ ਬੇਨਤੀ ਕਰਦਾ, ਜਿਹੜੇ ਬੱਚੇ ਨੇ ਨਾ, ਇਹ ਇੱਕ ਗੱਲ ਹੈਗੀ ਆ, ਜਦ ਤੱਕ ਤੁਸੀਂ ਤਿਆਰੀ ਨਹੀਂ ਹੈਗੀ ਕਿਸੇ ਵੀ ਬੱਚੇ ਦੀ, ਕਹਿ ਲਓ ਤਿਆਰੀ ਕਿੱਥੋਂ ਹੁੰਦੀ ਹੈ? ਤਿਆਰੀ ਤਾਂ ਪਰਿਵਾਰ ਤੋਂ ਹੁੰਦੀ ਆ, ਘਰ ਤੋਂ ਹੀ ਹੁੰਦੀ ਹੈ ਤਿਆਰੀ। ਅਸੀਂ ਬੱਚਿਆਂ ਦੇ ਐਗਜ਼ਾਮ ਹੁੰਦੇ ਨੇ ਨਾ, ਜਿਹੜਾ ਬੱਚਾ ਡਰਦਾ ਹੁੰਦਾ ਹੈ ਅਤੇ ਉਹਨੂੰ ਡਰ ਲੱਗਦਾ ਹੈ, ਜਿਹਨੂੰ ਡਰ ਲੱਗਦਾ ਹੈ ਉਹਦਾ ਡਰ ਕਰਨ ਦਾ ਕਾਰਨ ਕੀ ਹੁੰਦਾ? ਉਹਦੀ ਤਿਆਰੀ ਕੋਈ ਨਹੀਂ ਹੁੰਦੀ। ਕਿਸੇ ਵੀ ਚੀਜ਼ ਦੀ ਤਿਆਰੀ ਹੈ, ਸਿੱਖੀ ਲਈ ਵੀ ਤਿਆਰੀ ਹੈ। ਇਹ ਵੀ ਸਕੂਲ ਆਫ ਸਾਡਾ ਘਰ ਦਾ, ਸਾਡੇ ਘਰ ਦਾ ਇੱਥੇ ਵੀ ਤਿਆਰੀ ਹੈ। ਜਦੋਂ ਇਹ ਤਿਆਰੀ ਹੈ, ਜਿਨ੍ਹਾਂ ਨੇ ਇਹ ਤਿਆਰੀ ਕੀਤੀ ਹੋਈ ਸੀ ਨਾ, ਵੀ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੋਰੀ ਆਓ, ਇਤਮਾਰਗ ਪੈਰ ਧਰੀਜੈ। ਅਗਰ ਤੁਸੀਂ ਇਸ ਗਲੀ ਵਿੱਚ ਆਉਣਾ ਨਾ, ਇਸ ਗਲੀ ਵਿੱਚ ਇਸ ਰਸਤੇ 'ਤੇ ਆਉਣਾ, ਇਤਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਇਹ ਚੇਤਾ ਰੱਖਣਾ, ਇਹ ਐਜੂਕੇਸ਼ਨ ਹੀ ਹੈ। ਇਹ ਗੁਰੂ ਨੇ ਸਮਝਾਇਆ ਸੀ, ਤਿਆਰੀ ਸੀ। ਤਾਂ ਗੁਰੂ ਪਿਆਰ ਵਾਲਿਓ, ਧੰਨ ਛੋਟੇ ਸਾਹਿਬਜ਼ਾਦੇ, ਉਹਨਾਂ ਨੇ ਅੱਜ ਦੂਜੇ ਦਿਨ ਫਿਰ ਕੀ ਕੀਤਾ, ਜਦੋਂ ਦੇਖਿਆ ਵੀ ਇਹ ਤਾਂ ਸਾਡੀ ਸਾਰੀ ਦੀ ਸਾਰੀ ਕਹਾਣੀ ਧਰੀ ਦੀ ਤਰ੍ਹਾਂ ਹੀ, ਇਹ ਤਾਂ ਬੱਚੇ ਮੰਨਦੇ ਕੋਈ ਨਹੀਂ। ਫਿਰ ਉਹਨਾਂ ਨੇ ਇੰਝ ਕਿਹਾ ਵੀ ਐਂ ਕਰੋ, ਬਾਹਰ ਸੁੱਚਾਨੰਦ ਨੂੰ ਕਿਹਾ ਵੀ ਤੂੰ ਤਾਂ ਕੁਝ ਹੋਰ ਹੀ ਕਹਿੰਦਾ ਸੀ, ਤਾਂ ਕੁਝ ਹੋਰ ਹੀ ਕਹਾਣੀ ਬਣ ਗਈ। ਉਹ ਕਹਿੰਦਾ ਇਹ ਗੱਲ ਹੀ ਕੋਈ ਨਹੀਂ, ਆਪਾਂ ਦੇਖੋ ਜੀ, ਇਹਨਾਂ ਨੇ, ਇਹ ਬੱਚੇ ਨੇ ਨਾ, ਇਹ ਬਾਗੀ ਨੇ। ਜਿਹੜੀ ਪਨਿਸ਼ਮੈਂਟ ਦੇਣ ਦੀ ਗੱਲ ਸੀ ਨਾ, ਵੀ ਬੱਚਿਆਂ ਨੂੰ ਤੁਸੀਂ ਕੀ ਕਰੋ ਜੀ, ਇਹਨਾਂ ਨੂੰ ਨੀਹਾਂ ਵਿੱਚ ਚਿਣ ਦਿਓ, ਇਹ ਗੱਲ ਜਿਹੜੀ ਹੈ ਉਹ ਕੱਲ੍ਹ ਵੀ ਚੱਲਦੀ ਹੈ। ਉਹਨੂੰ ਰੂਪ ਅਮਲੀ ਜਾਮਾ ਅੱਜ ਦਿੱਤਾ ਗਿਆ। ਇਹ ਗੱਲ ਚੱਲੀ ਵੀ ਬੱਚੇ ਨੂੰ ਫਿਰ ਇਹ ਨਹੀਂ ਮੰਨਦੇ, ਦੇਖੋ ਇਹਨਾਂ ਨੂੰ ਐ ਕਰੋ। ਦੇਖੋ ਉੱਥੇ ਬੜੇ ਸ਼ਬਦ ਵਰਤੇ ਨੇ, ਮੈਂ ਵੱਖਰੇ ਵੱਖਰੇ ਵਿਦਵਾਨਾਂ ਨੇ ਬੱਚਿਆਂ ਨੂੰ ਬਹੁਤ ਕੁਝ ਕਿਹਾ, ਪਰ ਮੈਂ ਨਹੀਂ ਕਹਿ ਸਕਦਾ। ਕਿਸੇ ਨੇ ਕੁਝ ਕਿਹਾ, ਕਿਸੇ ਨੇ ਕੁਝ ਕਿਹਾ ਵੀ ਇਹਨਾਂ ਨੂੰ ਇੱਥੇ ਹੀ ਖਤਮ ਕਰ ਦਿੱਤਾ ਜਾਵੇ, ਐਵੇਂ ਹੀ ਮਾਰ ਦਿੱਤਾ ਜਾਵੇ, ਕੱਲ੍ਹ ਨੂੰ ਵੱਡੇ ਹੋਣਗੇ ਅਤੇ ਫਿਰ ਇਹ ਵੱਡੇ ਹੋ ਕੇ ਫਿਰ ਇਹ ਸਾਡੇ ਨਾਲ ਇਸ ਤਰ੍ਹਾਂ ਜਾ ਕਰਨਗੇ। ਇੱਕ ਲਤੀਫ ਹੋਇਆ ਰਾਈਟਰ, ਉਹਨੇ ਬੜੇ ਪਿਆਰ 'ਚ ਉਹਨੇ ਲਿਖਿਆ ਹੈ ਕਿ ਉਹਨਾਂ ਨੇ ਸੂਬਾ ਸਰਹੰਦ ਉਹਨਾਂ ਨੂੰ ਪੁੱਛਦਾ ਵੀ ਬੱਚਿਓ, ਅਗਰ ਅਸੀਂ ਤੁਹਾਨੂੰ ਛੱਡ ਦਈਏ ਤੁਸੀਂ ਕੀ ਕਰੋਗੇ? ਤੁਸੀਂ ਕੀ ਕਰੋਗੇ ਅਗਰ ਤੁਹਾਨੂੰ ਆਜ਼ਾਦ ਕਰ ਦਿੱਤਾ ਜਾਏਗਾ? ਤਾਂ ਬੱਚਿਆਂ ਨੇ ਅੱਗੋਂ ਕਿਹਾ ਵੀ ਅਸੀਂ ਕੀ ਕਰਨਾ? ਬੱਚੇ ਕਹਿੰਦੇ ਅਸੀਂ ਕੀ ਕਰਾਂਗੇ? ਅਸੀਂ ਆਪਣੇ ਸਿੱਖਾਂ ਨੂੰ ਇਕੱਠੇ ਕਰਾਂਗੇ ਅਤੇ ਇਕੱਠੇ ਕਰਕੇ ਫਿਰ ਆਪਣੀ ਫੌਜ ਬਣਾਵਾਂਗੇ, ਫੌਜ ਬਣਾ ਕੇ ਤੁਹਾਡੇ ਨਾਲ ਫਿਰ ਜੰਗ ਕਰਾਂਗੇ ਅਤੇ ਜੰਗ ਕਰਕੇ ਫਿਰ ਤੁਹਾਨੂੰ ਮਾਰਾਂਗੇ। ਉਹ ਕਹਿੰਦਾ ਅੱਛਾ, ਜੇ ਤੁਸੀਂ ਜੰਗ ਵਿੱਚ ਹਾਰ ਗਏ ਫਿਰ ਕੀ ਕਰੋਗੇ? ਅਗਲਾ ਸਵਾਲ ਉਹ ਲਤੀਫ ਲਿਖਦਾ ਹੈ, ਕਹਿੰਦਾ ਜੇ ਤੁਸੀਂ ਹਾਰ ਗਏ ਤਾਂ ਫਿਰ ਕੀ ਕਰੋਗੇ? ਉਹ ਕਹਿੰਦੇ ਫਿਰ ਕਿਉਂ ਨਹੀਂ, ਜੇ ਅਸੀਂ ਹਾਰ ਗਏ ਅਸੀਂ ਫਿਰ ਜਾਵਾਂਗੇ, ਫਿਰ ਆਪਣੀ ਕਹਿੰਦੇ ਜਿਹੜੇ ਹੈਗੇ ਆਰਮੀ ਨੂੰ ਫਿਰ ਕਲੈਕਟ ਕਰਾਂਗੇ, ਇਕੱਠਾ ਕਰਕੇ ਫਿਰ ਅਸੀਂ ਜਦੋਂ ਫਿਰ ਤੁਹਾਡੇ ਨਾਲ ਲੜਾਂਗੇ। ਜਦ ਤੱਕ ਕਹਿੰਦਾ ਅਸੀਂ ਲੜਦੇ ਰਹਾਂਗੇ, ਜਦ ਤੱਕ ਅਸੀਂ ਜਾਂ ਤਾਂ ਤੁਹਾਨੂੰ ਮਾਰ ਨਹੀਂ ਦਿੰਦੇ ਜਾਂ ਖੁਦ ਅਸੀਂ ਮਰ ਨਹੀਂ ਜਾਂਦੇ, ਉਦੋਂ ਤੱਕ ਅਸੀਂ ਜੰਗ ਕਰਦੇ ਹਾਂ। ਉਹ ਕਹਿੰਦਾ ਦੇਖੋ ਕਿੱਡੀ ਇਹਨਾਂ ਦੀ ਜਿਹੜੀ ਵਿਦਰੋਹੀ ਸੁਰ ਹੈ, ਬਗਾਵਤ ਦੀ ਸੁਰ ਹੈ। ਕਿਉਂ ਇਹਨਾਂ ਨੇ ਕੱਲ੍ਹ ਵੀ ਤਾਂ ਇਹ ਕਰਨਾ, ਕਿਉਂ ਨਾ ਇਹਨਾਂ ਨੂੰ ਅੱਜ ਹੀ ਖਤਮ ਕਰ ਦਿੱਤਾ ਜਾਏ? ਇਹ ਸੁੱਚਾਨੰਦ ਦੀ ਬੋਲ ਸੀ। ਹੁਣ ਇੱਕ ਸੱਜਣ ਇਹ ਵੀ ਲਿਖਦਾ ਹੈ ਵੀ ਉਹ ਵਜੀਦ ਖਾਂ, ਭਾਵੇਂ ਇਸ ਨੂੰ ਕਹਿ ਸਕਦੇ ਆ ਵੀ ਉਹ ਕਹਿੰਦਾ ਛੱਡਣਾ ਚਾਹੁੰਦਾ ਸੀ, ਪਰ ਉਹਨਾਂ ਦੇ ਕਈ ਅਹਿਲਕਾਰਾਂ ਨੇ ਇਹ ਗੱਲ ਨੂੰ ਕਿਹਾ। ਫਿਰ ਉਹਨਾਂ ਨੇ ਇਹ ਵੀ ਗੱਲ ਰੱਖੀ ਵੀ ਜਿਹੜਾ ਮਲੇਰਕੋਟਲੇ ਦਾ ਨਵਾਬ, ਅੱਜ ਤੋਂ ਆਪਾਂ ਪਹਿਲੇ ਦਿਨ ਜ਼ਿਕਰ ਕੀਤਾ ਸੀ, ਨਾਹਰ ਸਿੰਘ ਜਿਹੜਾ ਮਾਰਿਆ ਸੀ, ਉਹਨੂੰ ਕਿਹਾ ਵੀ ਤੇਰਾ ਜਿਹੜਾ ਭਰਾ ਮਾਰਿਆ ਗਿਆ ਵੀ ਤੂੰ ਬਦਲਾ ਲੈ ਸਕਦਾ ਇਹਨਾਂ ਤੋਂ, ਬੱਚਿਆਂ ਤੋਂ, ਵੀ ਇਸ ਕਰਕੇ ਤੈਨੂੰ ਇਹ ਬੱਚੇ ਤੇਰੇ ਹਵਾਲੇ ਕਰ ਦਿਆਂ, ਤੂੰ ਇਹਨਾਂ ਨੂੰ ਜੋ ਸਜ਼ਾ ਦੇਣੀ ਚਾਹੇ ਤੂੰ ਦੇ। ਪਰ ਉਹ ਇਹ ਇਤਿਹਾਸ ਇਹ ਗੱਲ ਇੱਥੇ ਆ ਕੇ ਉਹ ਕਹਿੰਦੇ, ਉਹਨਾਂ ਨੇ ਕਿਹਾ ਵੀ ਨਹੀਂ ਦੇਖੋ ਵੀ ਇਹ ਜਿਹੜਾ ਹੈ ਇਸ ਪਾਪ ਸੇ ਖੁਦਾ ਹਮੇ ਮਹਿਫੂਜ਼ ਰੱਖੇ, ਵੀ ਅਸੀਂ ਇਸ ਬੱਚਿਆਂ ਨੂੰ ਇਹ ਕੁਰਾਨ ਸ਼ਰੀਫ ਵੀ ਕਹਿੰਦਾ ਵੀ ਬੱਚਿਆਂ 'ਤੇ ਜਿਹੜਾ ਗੁਨਾਹ ਹੈ, ਬਜ਼ੁਰਗਾਂ 'ਤੇ ਅਤਿਆਚਾਰ ਕਰਨਾ ਗੁਨਾਹ ਹੈ। ਇਹ ਗੱਲ ਇੱਥੇ ਤੱਕ ਹੈ, ਪਰ ਹੁਣ ਨਵਾਂ ਇੱਕ ਇਤਿਹਾਸ ਹੋਰ ਉਗੜ ਕੇ ਆ ਰਿਹਾ, ਉਹਦਾ ਜਿਹੜਾ ਜ਼ਿਕਰ ਹੈ ਨਾ ਉਹਦਾ ਬਹੁਤਾ ਨਹੀਂ ਹੋ ਰਿਹਾ। ਤੁਸੀਂ ਕਿਤੇ ਹੁਣ ਸੁਣਿਆ ਹੋਵੇ, ਹੁਣ ਇਹ ਸੀ ਨਾ ਉਸ ਵਕਤ ਜਿਹੜੀ ਬੀਬੀ ਰੂਪ ਕੌਰ ਸੀਗੀ, ਉਹਨੂੰ ਇਹ ਮਲੇਰਕੋਟਲੇ ਦਾ ਨਵਾਬ ਲੈ ਕੇ ਆਇਆ ਸੀ, ਜ਼ਬਰਦਸਤੀ ਲੈ ਕੇ ਆਇਆ, ਅਤੇ ਉਹਨੇ ਜ਼ਬਰਦਸਤੀ ਲਿਆ ਕੇ ਆਪਣੇ ਇਸ ਕੈਦ ਕੀਤੀ ਮਲੇਰਕੋਟਲੇ ਵਿੱਚ, ਅਤੇ ਕੈਦ ਕੀਤੀ। ਉਹ ਕਹਿੰਦਾ ਤੂੰ ਮੇਰੇ ਨਾਲ ਨਿਕਾਹ ਕਰਾ,
तो जदों उस बीबी नूं पता लगता है भी बच्चे इन्होंने पकड़ लए, तो फिर वो बीबी उसनूं कहती है, मैं नाहर उन्होंने कहने लगी भी शेर खां मुहम्मद तू जा, अगर तू बच्चों तू आज़ाद करवा देना है तो फिर मैं तेरे नाल शादी निकाह करा लूँगी। ये शर्त रखी सी। तो होया कि हुण वो गया उत्थे जाके उन्हें हा दा नारा तो मारिया, पर सुनी किसी ने नहीं। तो जो उन्हें सुनी नहीं ना, तो वो जो आ गया तो पता लग गया उस बीबी रूप कौर नूं, तो उन्हें अपने ही श्री साहब अपने ही मार लए सी। तो फिर वो अपने आप इस तरह जड़ा है शहीद हो गई। पर उन्हें इस जड़ा है नवाब है यदी पत्नी बनना मुनसर ना समझा। फिर होया कि फिर उसने की किया, उसनूं दफन कर दिता। इतिहास में थोड़ा पिछला रंग बयान करदा। फिर जो बाबा बंदा सिंह बहादुर आए ना सरहंद ते, उन्होंने दस्या गया भी इवें कीता इन्हें। फिर वो उत्थों आके मलेरकोले आया, उस बीबी की उन्हें कबर पटाई तो उहदी सारे शरीर का वजूद कढ़ा के दोबारा संस्कार कराया। ये ते रिसर्च हो रही है, भावें इस गल नूं बहुत ज़्यादा जिहड़ा है उभारिया नहीं जा रहा, क्योंकि ये कई गल्लां आउंदियां ने। फिर इस गल ते भी है भी देखो जी उन्होंने हा दा नारा मारिया सी इवें आ, जां वो पक्ष नूं हजे इहदे ते रिसर्च हो रही है। कई विद्वानां ने कहा है जे तुसीं गए हो मलेरकोले सरौद साइड ते एक खाली जगह पई आ भी उत्थे संस्कार कीता सी उस बीबी दा। खैर ये रिसर्च हो रही है लंबियां। देखो इतिहास साडा ये इस गल्लां ते बहुत ज़्यादा ते जे तुसीं कहो भी ये नवाब ने हा दा नारा मारिया, कोई इन्हें कोई चंगी गल नहीं की हैगी। माफ़ी चाहांगा इस गल नूं, साडे घर दी वडियाई है भी ये किते भी किसी ने भी कुछ भी कीता ने, ते एक सरों के दाने जिन्ना भी किसी ने किसी गुरु घर लिए कुछ किया, गुरु ने उहदा मुੱਲ उन्होंने दिता है। तो जो तुसीं देखो 35,000 साडा सिंह शहीद होया ना, तो जिहड़ा मलेरकोले दा उस वक्त का नवाब सी, इन्हां ने पूर्ण साथ दिता उन्हां दे विच। उदों भी सिख कौम का काल से किन्ने बजुर्गों को मारिया, किन्ने बच्चों को मारिया, उदों कोई बिच नहीं सीगे। जे एक पक्ष नहीं है जिहड़ा भीखण खां मलेरकोले दा उस वक्त का यह भी एक नवाब है, इस पासे तो आता है, वजीर खां भी आता। इन्हां सारिਆਂ ने इकट्ठे होकर फिर 35 तो 35,000 जिहड़ा अपने इत्थे घल्लू घारा वड्डा होया, ये उदों इन्हां ने साथ दिता। ਇਹਦਾ मतलब ये नहीं है कि वो बड़े ਜਿਹੜਾ ਉਹਨਾਂ 'ਚ दया वाले सन, नो, ये तो कभी भी नहीं हो सकता। खैर आप उत्थे फिर मैं वापस आवां। उन्हें इस गल नूं कहा भी देखो ये गलत गल है बच्चों ते ਜਿਹੜਾ अत्याचार करना। खैर हुण उन्होंने कहा भी ये तो किसी गल तो नहीं बच्चे मनते। फिर उन्होंने ये गल कही भी इंज करो, बाहर 3 दुकानां बना दित्तियां, आ देख लो। सुचानंद कहता मैं तुहानूं प्रैक्टिकल करके दिखाउणा। की प्रैक्टिकल है? चलो दुकानां बनाईयां, एक ते खंडौणे रख दिते, एक ते मठियाई रख दी। एक सज्जण लिख रहा, एक राइटर है प्रिंसीपल सतवीर सिंह ने ना जो कई राइटरां नूं कोड करके लिखिया नाल भी आ राइटर ये बारे कह रहा, सैनापति कह रहा गा, जां फिर लतीफ ने कहा है, मैकालफ ने कहा है, उन्होंने दे नाम करदा। वो कहता उन्हें दुकानां बना दी, एक ते हथियार रख दिते, एक ते मठियाई रख दी, एक ते खिडौणे रख दिते। वो बच्चों नूं बाहर लै गए, बच्चों जो तुहानूं चाहिए वो चक लो। तो कहते बच्चों ने जाके अपनी जिहड़ियां रफलां सीगियां, तीर कमान सीगी, वो चक लई। वो कहते देखिया इन्होंने खिडौणियां नाल प्यार नहीं, खाण पीण नाल प्यार नहीं, ये अज भी हथियार नाल प्यार करते हैं। हथियार चक्या है, वो कहते तुसीं हथियार चक्या, कहते ये हथियार चकांगे, वड्डे होवांगे, वड्डे हो के फिर तुहाडे नाल जंग करांगे। ये जुल्म जिन्ना चिर जुल्म की जड़ नहीं पुट्टी जाती असीं बगावत करते रहांगे। आ गल सी। फिर उन्होंने कहा भी नहीं जे ये नहीं मानते इन्होंने करो वापस एक बार फिर भेज दो, अज दी अपनी दादी नाल जाके गल कर लैणगे, तो जे नहीं मानते फिर कल दा दिन इन्हों जिहड़ा है शहीद कर दिता जाए। फिर अज दी रात फिर आउंदे ने माँ कोले, ते माँ फिर सारी रात किहदियां गल्लां सुणाउंदी है। तुहानूं पता मती दास दियां, सती दास दियां, गुरु तेग बहादुर दियां गल्लां सिखाइयां भी पुत्रो ये तुहाडे दादे दे पाए होए पूरने ने, जिन्होंने ये गल कही सी कि भै काहू को देत नह भै मानत आन। भै नहीं मनना किसी का, कहो नानक सुन रे मना ज्ञानी ताहे बखान। वो ज्ञानवान है जिहड़ा किसी दे भै नहीं, किसी नूं डराउंदा नहीं, तो ना ही किसी का डर मनदा है वो, क्योंकि वो निरभौ हो गया। तो खैर सारी रात हो गई। फिर अज का जिहड़ा दिन चढ़दा है, अज दे दिन ते फिर तुहानूं पता है भी छोटे साहिबजादियां सरहिंद के अंदर नीहां विच चुनिया गया। हुण देखो एक शब्द नीहा है, एक कंध है, दीवारां दे विच जिहड़ा शब्द भी लिखिया नीहां विच भी, नींह तो धरती च पट्टी जाती है,
नींह बना लेने का मतलब ये होंदा भी उहदे च दोनों पासे इस तरह खड़ी कर लो, विचकारली जगह खाली हो, नींह बन जाती है। वो अज के दिन फिर इन्होंने कहा भी जे बच्चे नहीं मनते, दादी नहीं मनती, तो अज फिर इन्होंने ये कल जो दिन लंघता है वो तो कहते भी इन्होंने फिर शहीद कर दिता जाए। सवेर होंदी है, अज दी सवेर होई, बच्चे तैयार उस तरह होंगे ने, दादी करती है, तो सिपाही आ गए। जो सिपाही आए आके वो कहने लगे भी माता गुजरी नूं भी माता तेरे पोतरिਆਂ ਨੂੰ ਅਸੀਂ ਲੈਣ आए हाँ। तो पोतरे तैयार सन, दो ही बच्चे तुर पै, तुरे तो पौड़ियां कोल जदों पहुँचते ने दादी खड़ी वेखदी है, तो वह सिपाही पिछे मुड़ के वेखदा, कहता माता जे ना तू अपने पोतिਆਂ ਨੂੰ मिलना है तो अज ही मिल लै, हुण ही मिल लै, असीं शाम ਨੂੰ आवांगे तो फिर आके सानू कहेंगी तुसीं सवेरे दस दिंदे, अज तेरे पोतिਆਂ ने वापस मुड़ना नहीं, असीं तैनूं हुणे दस रहे हाँ। साडा दिल नहीं अंदरों मन रहा, उन्हां दा भी दिल परीज गया भी नहीं दादी माँ अपने पोतिਆਂ ਨੂੰ कुलवकड़ी पा लै, अज इन्हां ने वापस मुड़ के नहीं आउणा। दादी माँ नूं फिर आके मिलते ने, गलवकड़ी पा लेंदे ने, दादी माँ समझ गई अज वो वक्त आ गया है। माता ने आशीर्वाद दिता, दोनों ही फिर किस रंग च बयान करते हैं। वो कहता कि राइटर लिखता है, कहते चल पे दोवें लाडले जद फतेह बुला के, फतेह बुलाई दादी नूं, दादी माँ वाहिगुरु जी का खालसा वाहिगुरु जी की फतेह। फतेह बुला के जो तुर पे ना, फिर कहते चल पे दोवें लाडले जद फतेह बुला के, उड़ीकांगे तेनू दादीए असी सचखंड जाके। बच्चे ने कह दिता, अगो दादी माँ ने पिछों आवाज मारी, तुसी चलो मेरे पुत्रो मैं मगरे आवा, पुत्रा वाजों जग ते नहीं जिउंदियां मामा, तुसी चलो पुत्रो मैं तुहाडे मगर ही आवांगी। छोटे छोटे साहिबजादियां ने फतेह बुलाई, चरनी हथ लाए, माता दे प्यार लिया, माता ने मूड पलोसिया, सजा के कलगियां ऐन तैयार करके तोर दिते। अज आगे फिर कचहरी में फिर पुछते हैं, बच्चो तुहानू आखिरी चांस है, तुहानू कल भी कहा सी, परसों भी कहा सी, तुहानू आखिरी चांस है, तुसी दसो। बच्चे कहते सानू तो मतलब ही कोई नहीं है, तुहानू फिर सजा दी जाऊ, तुहानू पता है की करना तुहाडे नाल, कहते की करना, तुहानू फिर असीं इस दीवारां च चढ़ देना। फिर की होया, बाबा फतेह सिंह कहते फिर की होया, दीवारां च ही चिण देवोगे, मार थोड़ी देवोगे। आज जिन्होंने पता है मोहे मरने का चाओ है, मोहे मरने का चाओ है, कहते मरण का चौक जिथे चढ़ती कला है, इनू चढ़ती कला कहते नहीं। चले गए, वो बड़ा समझाया, आखिरकार कहते बच्चों नीहां विच चिण दिता जाए। तो इन्हां दोनों रातों के जिहड़ा नवा तुहानूं पता है रंग है, वो है मोती महरा जी का। मोती महरा जी जदों पहली रात आए, कुछ किसी को कुछ दे के अपने गहने दे के फिर अंग लांघते ने, पता लगे। देखो प्रेम करने वाले दी मैं उस दिन भी कह रही थी, एक गारवेज दे विच पैण वाले लोग भी हैगे ने, सुच्चानंद वर्गे ने, गंगू वर्गे ने, तो दूसरा कुम्मा मास्की जी हो गए, मोती महरा जी हो गए, टोडर मल जी हो गए, इन्हां दा भी तो अहम रोल है ना, ये भी तो गुरु नूं प्यार करने वाले ने। हुण जदों मोती महरा जी आए, रात नूं टिके बैठे, जदों माता जी ते मोती महरा जी आके गेड़ खा के अंदर आउंदे ने, ते माँ पुछदी है कौन आ भाई, ते आख्या माता जी मैं महरा मोती महरा इस नगर दे विच रहना है, मैं बड़ी गुरु गोबिंद सिंह महाराज की उस्तत सुनी है, आप जो दर दे बड़िया बरकतां सुनिया ने, पर मैनू पता लग गया अज एक जुल्म ढाया गया है, तुसीं इत्थे कैद किते गए। तो माता कहती हाँ भाई ये तो हुक्म है परमेश्वर का। तो आखण लग्या माता जी मैं तुहाडे वास्ते दुध लैके आया। तो कोसा कोसा बनाया दुध दोनों माता ते बच्चों नूं दे दिता।
तो माँ कहने लगी, दादी माता गुजरी जी कहने लगी, महरिया दुध तो तू लै पर कालू ना लैके आई। कहता नहीं माता जी, जब तक मेरे च हिम्मत है, मैनू मौका मिलता मैं जरूर लैके आवांगा। माता कहती फिर मोती गल याद रखी, तेरे दुध का ना जिहड़े तू दुध पिया रहा, जे इन्हां नूं पता लग गया ना, उदों बाद इन्हां ने खून निचोड़ लेना इन्हां जालमां ने। तू ना लैके आई? नहीं माता मैं लैके आवांगा। दूसरे दिन भी बच्चों वास्ते मोती मेहरा जी दुध लैके आए। तुहानूं पता है जो पता लगे, मैं बिचों अगे थोड़ा जाके गल करन लग्या, जो पता लगता है ना बाबा मोती मेहरा जी नूं जिहड़े शहीद ने, उन्हां दे सारे परिवार नूं सज़ा दी गई कि भी इन्हां ने दुध पिया सी। वजीर खां कहंदा ऐ करो फिर इन्हां नूं ना कोलू थाई पीड़ दो। जिहड़ा कोलू है ना, उहदे च तां जिहड़ी सरों है उहदा भी तेल, उहदे तिलां दा भी तेल निकल जाता है, तो बंदे का शरीर तो होर हिसाब दा हुंदा। ते कहंदे तां मोती मेहरा जी दे सामने पहला उहदे पुत्तर नूं पाया उहदे च कोलू च, ते ज्यों ही उहदा रत बन के ना जिथों तेल निकलदा घुमदा, जिथों तेल निकलदा उथों खून निकल रहा, ते मोती मेहरा ना भज के जाके देखदा उसमें इस तरह। वो कहते ते असीं पहलां कहा सी, हुण की देखदा खून नूं बार बार। मोती मेहरा नूं जलाद कहंदे तैनूं पहलां कहा सीगा भी हुण तू खून वेख रहा आपदे बच्चे दा। कहंदा मैं खून इस करके नहीं देख रहा, मैं इस करके नहीं, मैं डरदा होया वेख रहा। फिर तू खून क्यों वेख रहा? वो जालमो, जे खून निचोड़ना ही सी ना तो मैनूं उन्ने दिन सेवा तां कर लैण दिंदे, उन्हें तो दुध तां पिया लैण दिंदे मैनूं बच्चों नूं। जे खून ही निचोड़ना सी निचोड़ लैंदे जिहड़ा निचोड़ना सी। सारे परिवार नूं कोलू थाई पीड़ दिता सी, 1-2 दिन दुध दे गिलासां विच। इहनूं कहंदे ने सिੱਖੀ है। सिੱਖੀ दा असीं कहंदे ना, मैं रात किते विचार कथा वास्ते गए किते, वो मेरे जाण तो पहला वो शब्द गायन किया जा रहा सी, तेरी सिੱਖੀ नूं दाग नहीं लाया पुरजा पुरजा हो गई। मैं आख्या तुसीं उन्हां सूरमिਆਂ ਦੀ गल करदे हो, उन्होंने तो दाग लगण ही नहीं दिता, दाग बारे सोचिया ही नहीं। जे सोचीए जे अज असीं सिੱਖੀ तो मुनकर हो जाने जां असीं गुरु के सिद्धांतां तो मुनकर हो जाने जां गुरु ग्रंथ साहिब नूं पिठ दिखा के होर बाबे कोले जाने आ लगदे ने दाग, आ दाग ने। असीं गल्लां विच नहीं कह सकदे भी उन्होंने उन्हां दी तां गल ही छड्ड दिओ, उन्होंने तो पहले ही कहा होया सी, मोहे मरने का चाओ है, मोहे मरने का चाओ है। इस रंग विच कबीर पहला मरण कबूल जीवन की छड़ आस, हो सबना की रेण का तो आओ हमारे पास। तां उन्हां दा सारा परिवार कोलू थे पीड़े जाता है। दूसरा पक्ष फिर साहिबजादियां दी जिहड़ी शहादत है, वो फिर जदों ये भी लिखा है कि दीवारां बननियां शुरू हो गई। इन्हां 2 समय विद्वानां लिखे ने, इंडिया टाइम जिहड़ा 9:45 तो लैके 10:30 बजे का दसिया, तो कईयां ने कहा 11:45 तो 11:30। मैं उस दिन भी कहा सी, कल भी परसों भी कहा सी भी ये दिन जिहड़ा है ना, ये भावें सारा दिन भी तुहाडी जुबान तो उन्हां दा ध्यान करके बोलते रहो वाहिगुरू वाहिगुरू वाहिगुरू। पर वो एक वक्त है ना, दास जदों मैं सवेरे बैठा रहा सी तो उन्होंने दिन मेरे दिमाग में बन रही सी भी किमें इट्टां लग रही ने तो किमें वो खड़े ने, एक एक इट लग रही है, एक एक इट जी उपर नूं जा रही है, उपर नूं ज्यों ज्यों कंध जा रही है तो वो कंध की इट नहीं सी लग रही, आवाज़ आ रही सी वाहिगुरू वाहिगुरू वाहिगुरू, क्योंकि छोटी छोटी इट्टां दे विच सी। तो साहिबजादियां तां जदों इत्थे तक आ गईयां, कहंदे अखां जिहड़ियां ने, अखां बाबा फतेह सिंह दी जिहड़ी छोटे ने, बाबा जोरावर थोड़े वड्डे ने। तो ज्यों ही बाबा जोरावर सिंह तक फतेह सिंह तक कंध आई तो बाबा जोरावर सिंह के नेत्र छेजल हो गए। तो बाबा फतेह सिंह जी पूछते हैं, वीरा की गल तुसीं घबरा गए हो? नहीं। फिर डर गए हो? नहीं वीरा मैं डरिया नहीं, मैं इस करके मेरी अखां छेजल हो गया भी तू दुनिया ते आया मेरे तो बाद विच सी ते चलिया मेरे तो पहला है। आ है उस जगह ते खड़ के भी इस चढ़ती कला की गल करनी। तो उन्हों की शहादत हो जाती है। फिर शहादत तो बाद उन्होंने किमें संस्कार होए,
ਕਿਵੇਂ ਉਹਨਾਂ ਨੂੰ ਸੰਸਕਾਰ ਕਰਕੇ ਕਿਹੜੀਆਂ ਜਗ੍ਹਾ 'ਤੇ ਕੀਤਾ ਗਿਆ, ਅਗਲੇਰਾ ਆਪਾਂ ਵਿਚਾਰ ਕੱਲ੍ਹ ਕਰਾਂਗੇ। ਸਹਿ ਬਖਸ਼ਿਸ਼ ਕਰਨ ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਉਹਨਾਂ ਨੇ ਈਨ ਨਹੀਂ ਮੰਨੀ ਉਸ ਪਰਮੇਸ਼ਰ ਦੀ ਦਰਗਾਹ ਦੇ ਵਿੱਚ। ਜੋ ਗੁਰੂ ਨਾਨਕ ਦੇ ਘਰ ਦੀਆਂ ਬਾਤਾਂ ਸੀ, ਨਿਯਮ ਸਿਧਾਂਤ, ਉਹਨਾਂ ਨੂੰ ਸਭ ਨੂੰ ਮੰਨਦੇ ਹੋਏ ਆਪਣਾ ਆਪਾ ਵਾਰ ਦਿੱਤਾ ਹੈ। ਸਿਰ ਜਾਵੇ ਤਾਂ ਜਾਵੇ ਮੇਰਾ, ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ ਮੇਰਾ, ਸਿੱਖੀ ਸਿਦਕ